Good morning, everyone. The last class अपन डिस्कस ਕੀਤਾ ਸੀਗਾ that was astronomical telescope and reflecting type telescope ਤੇ ਉਸके diagrams ਵੀ ਤੁਹਾਨੂੰ ਦਿਖਾਤੀ ਸੀਗੀ ਠੀਕ ਹੈ ਤੇ ਅੱਜ ਜੋ ਕਰਾਂਗੇ ਆਪਾਂ second portion ਕਰਾਂਗੇ that is terrestrial telescope ਤੇ ਇਸ ਦੀ ਸਿਰਫ diagram ਹੈ lengthy ਜੀ ਠੀਕ ਹੈ mathematical portion ਦੋ ਲਾਈਨਾਂ ਦਾ ਬਟ ਇਹਦੀ ਕੋਈ ਥਿਊਰੀ ਨਹੀਂ ਹੈ ਤਾਂ diagram ਨੂੰ ਬਣਾਉਣ 'ਚ ਹੀ time ਲੱਗੂਗਾ ਤੇ ਤੁਸੀਂ ਵੀ ਕੀ ਕਰਨਾ ਜਿਸ ਮੂਵਮੈਂਟ ਤੇ diagram ਬਣਦੀ ਹੈ ਵੀਡੀਓ ਨੂੰ pause ਕਰਕੇ diagram complete ਕਰਨਾ ਜ਼ਰੂਰੀ ਹੈ ठीक है बाकी पिछला एक बार रिमाइंड करा देना मैं कि अपने कोल की सी जो अपने कोल फॉर्मूला सी जो अपने कोल मैग्नीफिकेशन ਦੇ ਚਾਰ ਫਾਰਮੂਲਾ ਸੀ ਕਿਹੜੇ ਸੀ ਮੈਗਨੀਫਿਕੇਸ਼ਨ ਸੀ 1 d f ਇਹ ਕਾਦੇ ਵਾਸਤੇ ਸੀ ਜਦੋਂ ਸਿੰਪਲ ਮਾਈਕਰੋਸਕੋਪ ਦੇ ਵਿੱਚ ਜਿਹੜੀ ਆਪਣੀ ਇਮੇਜ ਬਣਦੀ ਹੈ at d ਬਣਦੀ ਹੈ ਠੀਕ ਹੈ ਮੈਗਨੀਫਿਕੇਸ਼ਨ ਦਾ ਫਾਰਮੂਲਾ ਬਣ ਜਾਂਦਾ d f ਜਦੋਂ ਆਪਣੇ ਕੋਲ ਇਮੇਜ ਕਿੱਥੇ ਬਣਦੀ ਹੈ ਇਨਫਿਨਿਟੀ ਤੇ ਇਮੇਜ at infinity ਇਹ ਕਿਸ ਦਾ ਕੇਸ ਹੈ ਆਪਣੇ ਕੋਲ simple microscope ਦਾ ਕੇਸ ਹੈ this is case of simple microscope ठीक है सेकंड बंदा अपने को कंपाउंड माइक्रोस्कोप ਦਾ ਕੀ ਬੰਦਾ ਮਾਈਨਸ b ਨੋਟ ਬਾਈ u ਨੋਟ 1 ਪਲੱਸ d ਬਾਈ f ਇਹ ਕੀ ਸੀ ਆਪਣੇ ਕੋਲ ਜਦੋਂ ਇਮੇਜ ਬਣ ਰਹੀ ਹੈ d ਤੇ ਜਿੱਥੇ 1 ਪਲੱਸ ਹੋ ਜਾਵੇ d ਤੇ ਬਣ ਜਾਂਦੀ ਹੈ ਠੀਕ ਹੈ ਤੇ m ਦੀ ਵੈਲਿਊ ਬਣਦੀ ਹੈ ਮਾਈਨਸ v ਨੋਟ ਬਾਈ u ਨੋਟ d ਬਾਈ f ਇਹ ਕਦੋਂ ਬਣਦਾ ਜਦ ਇਮੇਜ ਬਣਦੀ ਹੈ ਆਪਣੇ ਕੋਲ ਇਨਫਿਨਿਟੀ ਤੇ ठीक है फिर अपने को टेलीस्कोप वास्ते आता है टेलीस्कोप वास्ते कोई फॉर्मूला है दैट इज m is equal to minus f naught by fe ਜਦੋਂ ਇਮੇਜ ਕਿੱਥੇ ਬਣ ਰਹੀ ਹੈ ਇਮੇਜ at d ਸੌਰੀ ਇਮੇਜ at infinity ਜੇ ਇਮੇਜ d ਤੇ ਬਣੂਗੀ ਤਾਂ it would be f naught by fe 1 plus fe by d this is for image at d ਇਹ ਟੈਲੀਸਕੋਪ ਦੇ ਦੋ ਫਾਰਮੂਲੇ ਹੁੰਦੇ ठीक है एक अपने को सिंपल माइक्रोस्कोप हो गया एक अपने को कंपाउंड माइक्रोस्कोप हो गया एक अपने को टेलीस्कोप हो गया रिफ्लेक्टिंग टाइप टेलीस्कोप कर लिया सी ऑलरेडी दैट इंक्लूड कैसेगेरियन एंड न्यूटोनियन टाइप उसकी कर रहे सी ਆਪਾਂ मिरर यूज कर सी in place of मिरर यूज ਕੀਤੇ ਸੀ instead of in place of lens ਤਾਂ ਹੁਣ ਆਪਾਂ ਪਹਿਲਾਂ ਇਹੀ ਕੰਟੀਨਿਊਟੀ ਚ ਕਰ ਲੈਂਦੇ ਆ that is mirror यूज ਕਰਨ ਦਾ ਫਾਇਦਾ ਕੀ ਹੈ that is advantages of heading कर लो reflecting type telescope over refracting type telescope ਤਾਂ ਮਿਰਰ ਦਾ ਕੀ ਐਡਵਾਂਟੇਜ ਹੈ ਐਜ਼ ਕੰਪੇਅਰ ਟੂ ਜਿਹੜਾ ਆਪਣੇ ਕੋਲ ਲੈਂਸ ਵਾਲਾ ਹੁੰਦਾ ਹੈ ਠੀਕ ਹੈ ਲੈਂਸ ਦੇ ਕੰਪੈਰੀਜ਼ਨ ਮਿਰਰ ਦਾ ਕੀ ਐਡਵਾਂਟੇਜ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮਿਰਰ ਹਲਕਾ ਹੋਊਗਾ ਤੇ ਲੈਂਸ ਕੀ ਹੋ ਜਾਊਗਾ ਹੈਵੀ ਹੋ ਜਾਊਗਾ ਆਪਣੇ ਕੋਲ ਪੁਆਇੰਟਸ ਕਾਫੀ ਸਾਰੇ ਆਣਗੇ ਇਹਦੇ ਐਡਵਾਂਟੇजेस ਵਾਲੇ ਅਪਰੋਕਸ 6 ਪੁਆਇੰਟ ਨੇ ਇੱਕ ਇੱਕ ਕਰਕੇ ਨੋਟ ਕਰੀ ਚੱਲੋ ਐਂਡ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡਾ ਪੈਂਡਿੰਗ ਹੈ ਤਾਂ ਪੌਜ਼ ਕਰਕੇ ਨੋਟ ਕਰੋ ਠੀਕ ਹੈ ਤੇ ਸਮਝ ਕੇ ਨੋਟ ਕਰੋ ਆਪਣੇ ਕੋਲ ਜੇ ਇੱਕ ਵਰਡ ਆਉਂਦਾ ਕ੍ਰੋਮੈਟਿਕ ਐਬਰੇਸ਼ਨ ਕ੍ਰੋਮੈਟਿਕ ਐਬਰੇਸ਼ਨ ਕੀ ਹੁੰਦਾ ਹੈ ਕਿ ਜਦੋਂ ਲਾਈਟ ਲੈਂਸ ਚੋਂ ਪਾਸ ਕਰਦੀ ਹੈ ਤਾਂ ਕਈ ਵਾਰ ਉਹ 7 ਕਲਰ ਸਪਲਿਟ ਕਰ ਜਾਂਦੀ ਹੈ ਵੇਵ ਬਿਹੇਵੀਅਰ ਦੇ ਵਿੱਚ ਠੀਕ ਹੈ ਉਸ ਫਿਨੋਮੀਨਾ ਨੂੰ ਕੀ ਕਹਿੰਦੇ ਆ ਉਸ ਡਿਫੈਕਟ ਨੂੰ ਕੀ ਕਹਿੰਦੇ ਆਪਾਂ ਕ੍ਰੋਮੈਟਿਕ ਐਬਰੇਸ਼ਨ ਇਹ ਕਦੋਂ ਹੁੰਦਾ ਜਦੋਂ ਮੀਡੀਅਮ ਚੇਂਜ ਹੋਊਗਾ ਬਟ ਮਿਰਰ ਦੇ ਕੇਸ ਮੀਡੀਅਮ ਚੇਂਜ ਨਹੀਂ ਹੁੰਦਾ ਤਾਂ ਕ੍ਰੋਮੈਟਿਕ ਐਬਰੇਸ਼ਨ ਪੋਸੀਬਲ ਨਹੀਂ ਹੈ ਤਾਂ ਫਸਟ ਕੀ ਪੁਆਇੰਟ ਬੰਦਾ देयर इज no chromatic aberration there is no chromatic aberration ठीक है फर्स्ट पॉइंट हो गया उस तो बाद जे ਆਪਾਂ ਪੈਰਾਬੋਇਡ ਮਤਲਬ ਪੈਰਾਬੋਲਿਕ ਮਿਰਰ ਯੂਜ਼ ਕਰਦੇ ਹਾਂ ਤਾਂ ਆਪਾਂ ਦੇ ਕੋਲ ਜਿਹੜੀ ਸਫੈਰਿਕਲ ਐਬਰੇਸ਼ਨ ਦੀ ਪ੍ਰੋਬਲਮ ਹੈ ਉਹ ਵੀ ਦੂਰ ਹੋ ਜਾਂਦੀ ਹੈ
ठीक है। तो सेकंड पॉइंट अपने को क्या होता है, we can remove the spherical aberration by using parabolic mirror. Simple language लिख दे, there will be no spherical aberration. spherical aberration spherical aberration ਕੀ ਸੀ, ਜਦੋਂ ਲਾਈਟ ਪੈਰਲਲ ਆਉਂਦੀ ਹੈ ਪ੍ਰਿੰਸੀਪਲ ਐਕਸਿਸ ਤੇ ਤਾਂ ਇੱਕ ਸਿੰਗਲ ਪੁਆਇੰਟ ਤੇ ਇਕੱਠੀ ਨਹੀਂ ਹੁੰਦੀ, ਮਤਲਬ ਮਲਟੀਪਲ ਪੁਆਇੰਟਸ ਤੇ ਇਕੱਠੀ ਹੁੰਦੀ ਹੈ, ਉਸਨੂੰ ਕੀ ਕਹਿੰਦੇ ਆ, ਉਸ ਪ੍ਰੋਬਲਮ ਨੂੰ ਕੀ ਕਹਿੰਦੇ ਆ, ਸਫੈਰਿਕਲ ਅਬਰੇਸ਼ਨ। ਤਾਂ ਉਸ ਦੀ ਡਾਇਗਰਾਮ ਇਸ ਟਾਈਪ ਦੀ ਬਣਦੀ ਹੈ ਕਿ ਲਾਈਟ ਜਿਹੜੀ ਦੂਰੋਂ ਆ ਰਹੀ ਹੈ ਦੂਰ ਇਕੱਠੀ ਹੋਊਗੀ, ਜਿਹੜੀ ਨੇੜੇ ਆ ਰਹੀ ਹੈ ਨੇੜੇ ਇਕੱਠੀ ਹੋਊਗੀ, ਮਤਲਬ ਦੋਨਾਂ ਲਾਈਟਸ ਆ ਰਹੀਆਂ ਇਨਫਿਨਿਟੀ ਤੋਂ ਹੈ ਬਟ ਇੱਕ ਪੁਆਇੰਟ ਤੇ ਫੋਕਸ ਨਹੀਂ ਹੋ ਪਾ ਰਹੀਆਂ, ਇਸ ਪ੍ਰੋਬਲਮ ਨੂੰ ਕੀ ਕਹਿੰਦੇ ਆਪਾਂ, spherical aberration। That there will be no spherical aberration if we use parabolic mirrors। parabolic mirrors simple ਤਾਂ ਹੋ ਗਿਆ ਆਪਣੇ ਕੋਲ, ਸੈਕਿੰਡ ਪੁਆਇੰਟ ਹੋ ਗਿਆ। ਥਰਡ ਪੁਆਇੰਟ ਬੰਦਾ ਆਪਣੇ ਕੋਲ ਕਿ ਸ਼ੀਸ਼ੇ ਦੇ ਵਿੱਚ ਜਿਹੜੀ ਇਮੇਜ ਹੁੰਦੀ ਹੈ ਉਹ ਮਚ ਬ੍ਰਾਈਟਰ ਹੋਊਗੀ ਐਜ਼ ਕੰਪੇਅਰ ਟੂ ਲੈਂਸ। ਠੀਕ ਹੈ, ਤਾਂ ਇਮੇਜ ਵਿਲ ਬੀ much brighter than refracting type ਠੀਕ ਹੈ, ਕਿਉਂਕਿ ਮਿਰਰ ਦੇ ਵਿੱਚ ਕੀ ਹੋਊਗਾ, ਲੌਸਸ ਘੱਟ ਹੋਣਗੇ ਲੈਂਸ ਦੇ ਕੰਪੈਰੀਜ਼ਨ ਚ, ਲੈਂਸ ਵਿੱਚ ਲੌਸਸ ਜ਼ਿਆਦਾ ਹੋਣਗੇ। ਹੁਣ ਲੈਂਸ ਜੋ ਹੁੰਦਾ ਉਹ ਡਬਲ ਸਾਈਡ ਤੇ ਹੁੰਦਾ, ਤਾਂ ਦੋ ਸਾਈਡ ਤੋਂ ਆਪਾਂ ਨੂੰ ਪੋਲਿਸ਼ ਕਰਨਾ ਪਊ, ਦੋ ਸਾਈਡ ਤੋਂ ਆਪਾਂ ਨੂੰ ਗ੍ਰਾਈਂਡ ਕਰਨਾ ਪਊ। ਤਾਂ ਜਿੱਥੇ ਵਰਡ ਆ ਜਾਂਦਾ ਪੋਲਿਸ਼ਿੰਗ ਐਂਡ ਗ੍ਰਾਈਂਡਿੰਗ, ਉਹ ਮਤਲਬ ਹੁੰਦੀ ਹੈ ਰਿਫਲੈਕਟਡ ਸਰਫੇਸ, ਜਿਹੜੀ ਸ਼ਾਈਨਿੰਗ ਪ੍ਰੋਪਰ ਵਾਲੀ ਹੁੰਦੀ ਹੈ। ਜਿਹੜਾ ਮਿਰਰ ਹੁੰਦਾ, ਲੈਟਸ ਸੇ ਕਨਕੇਵ ਮਿਰਰ ਦੀ ਗੱਲ ਕਰਦੇ ਆ, ਤਾਂ ਕਨਕੇਵ ਮਿਰਰ ਚ ਇੱਕ ਹੀ ਹੋ ਜੂ ਸਾਈਡ, ਪੇਂਟ ਹੋ ਜੂ ਸਾਈਡ, ਪੇਂਟਡ ਸਾਈਡ ਕਹਿੰਦੇ ਆਪਾਂ ਇਸਨੂੰ, ਤੇ ਇੱਧਰ ਕੀ ਕਹਿੰਦੇ ਆ, ਪੋਲਿਸ਼ ਸਾਈਡ ਕਹਿੰਦੇ ਆ। ਠੀਕ ਹੈ, ਤਾਂ ਮਿਰਰ ਦੇ ਕੇਸ 'ਚ ਆਪਾਂ ਨੂੰ ਇੱਕ ਸਾਈਡ ਤੇ ਗ੍ਰਾਈਂਡ ਤੇ ਪੋਲਿਸ਼ ਕਰਨਾ ਪੈ ਰਿਹਾ, ਤੇ ਲੈਂਸ ਦੇ ਕੇਸ 'ਚ ਡਬਲ ਸਾਈਡ ਤੇ ਕਰਨਾ ਪੈ ਰਿਹਾ। ਤਾਂ ਫੋਰਥ ਪੁਆਇੰਟ ਇਹ ਬਣਦਾ, ਮਿਰਰ ਰਿਕੁਆਇਰਸ grinding and polishing only on one side। ਤਾਂ grinding ਤੇ polishing ਕਿੱਥੇ ਕਰਨੀ ਪੈਂਦੀ ਹੈ, ਓਨਲੀ ਸਿਰਫ ਇੱਕ ਸਾਈਡ ਤੇ। ਠੀਕ ਹੈ, ਇਹ ਆਪਣੇ ਕੋਲ ਹੋ ਗਏ 4 ਪੁਆਇੰਟਸ ਹੋ ਗਏ। ਫਿਰ ਆਪਣੇ ਕੋਲ ਆ ਜਾਊਗਾ, 4 ਹੋ ਗਏ। ਫਿਫਥ ਪੁਆਇੰਟ ਕੀ ਬਣੂਗਾ ਆਪਣੇ ਕੋਲ ਕਿ ਜੇ ਆਪਾਂ ਮਿਰਰ ਬੜੇ ਅਪਰਚਰ ਦਾ ਯੂਜ਼ ਕਰਦੇ ਆ ਤਾਂ ਉਸਦੀ ਹੈ ਰੈਜ਼ੋਲੂਸ਼ਨ ਵਧੀਆ ਹੋ ਸਕਦੀ ਹੈ। ਵਧੀਆ, ਹਾਈ ਰੈਜ਼ੋਲੂਸ਼ਨ ਇਜ਼ ਅਚੀਵਡ by using mirror of large aperture। ਜੇ ਆਪਾਂ ਲਾਰਜ ਅਪਰਚਰ ਦਾ ਮਿਰਰ ਯੂਜ਼ ਕਰਦੇ ਹਾਂ ਤਾਂ ਉਸकी ਹੋगी ਆਪਣੇ ਕੋਲ ਰੈਜ਼ੋਲੂਸ਼ਨ ਇਨਕਰੀਜ਼ ਹੋ ਜਾਂਦੀ ਹੈ, ਤਾਂ ਹਾਈ ਰੈਜ਼ੋਲੂਸ਼ਨ ਪ੍ਰੋਡਿਊਸ ਹੁੰਦੀ ਹੈ ਜੇ ਆਪਾਂ ਮਿਰਰ ਯੂਜ਼ ਕਰਦੇ ਹਾਂ ਲਾਰਜ ਅਪਰਚਰ ਦਾ। ਠੀਕ ਹੈ, ਫਿਰ ਆਪਣੇ ਕੋਲ ਕੀ ਬਣਦਾ ਹੈ, ਲਾਸਟ ਪੁਆਇੰਟ ਬਣਦਾ ਹੈ ਕਿ ਸੇਮ ਮਿਰਰ ਜੋ ਹੋਊਗਾ ਐਜ਼ ਕੰਪੇਅਰ ਟੂ ਲੈਂਸ ਹਲਕਾ ਹੋਊਗਾ। ਜੇ ਮਿਰਰ ਹਲਕਾ ਹੋਊਗਾ ਮਤਲਬ ਦੈਟ ਵਿਲ ਵੀ ਲੈਸ, ਤਾਂ ਉਸਨੂੰ ਹੋਲਡ ਕਰਨ ਵਾਸਤੇ ਲੈਸ ਮਕੈਨੀਕਲ ਸਪੋਰਟ ਰਿਕੁਆਇਰਡ ਹੈ। ਸਿੰਪਲ ਜਿਹਾ ਵਰਡ ਔਖਾ ਨਹੀਂ ਹੈਗਾ ਕਿ ਆਪਣੇ ਕੋਲ ਇੱਕ ਸਾਈਜ਼ ਦਾ ਮਿਰਰ ਹੈ, ਉਸੇ ਸਾਈਜ਼ ਦਾ ਆਪਣੇ ਕੋਲ ਲੈਂਸ ਹੈ, ਆਟੋਮੈਟਿਕਲੀ ਲੈਂਸ ਜਿਹੜਾ ਹੋਊਗਾ ਹੈਵੀ ਹੋਊਗਾ, ਮਿਰਰ ਜਿਹੜਾ ਹੋਊਗਾ ਹਲਕਾ ਹੋਊਗਾ। ਜੇ ਲੈਂਸ ਹੈਵੀ ਹੋਊਗਾ ਤਾਂ ਉਸਨੂੰ ਸਪੋਰਟ ਕਰਨ ਵਾਸਤੇ ਆਪਾਂ ਨੂੰ ਕੋਈ ਜ਼ਿਆਦਾ ਬੜਾ ਮਕੈਨੀਕਲ ਸਟਰਕਚਰ ਚਾਹੀਦਾ, ਹੈਵੀ ਸਟਰਕਚਰ ਚਾਹੀਦਾ, ਬਟ ਮਿਰਰ ਦੇ ਕੇਸ 'ਚ ਆਪਾਂ ਨੂੰ ਕੀ ਚਾਹੀਦਾ, ਲੈਸ weight ਵਾਲਾ ਮਕੈਨੀਕਲ ਸਟਰਕਚਰ ਚਾਹੀਦਾ ਹੈ। ਤਾਂ 6 ਪੁਆਇੰਟ ਬਣੂਗਾ ਜੋ ਬੋਲਿਆ ਵੀ ਹੈ, a mirror weighs much less than a lens of equivalent optical quality। A lens of equivalent optical quality, therefore
mechanical support of mirror is much less as compared to required for the lens as compared to required for the lens। ठीक है, तो अपने कोल जे शीशा हल्का है as compare जे शीशा हल्का है as compare to lens ਤਾਂ ਆਟੋਮੈਟਿਕਲੀ ਉਸਨੂੰ ਹੋਲਡ ਕਰਨ ਵਾਸਤੇ ਜੋ ਮਕੈਨੀਕਲ ਸਪੋਰਟ ਚਾਹੀਦਾ ਹੈ ਉਹ ਵੀ ਆਪਾਂ ਨੂੰ ਘੱਟ ਚਾਹੀਦਾ ਹੈ ਲੈਂਸ ਦੇ ਕੰਪੈਰੀਜ਼ਨ ਦੇ ਵਿੱਚ। ਠੀਕ ਹੈ, ਸਿੰਪਲ। ਵੀਡੀਓ ਨੂੰ ਪੌਜ਼ ਕਰੋ, ਪੁਆਇੰਟਸ ਨੂੰ ਨੋਟ ਕਰੋ, ਸਿੰਪਲ ਪੁਆਇੰਟਸ ਨੇ। ਠੀਕ ਹੈ, ਫਿਰ ਆਪਾਂ ਉਹ ਟੈਰੇਸਟਰੀਅਲ ਵਾਲਾ ਕਰੀਏ ਕਿਉਂਕਿ ਹੁਣ ਇਹਦੀ ਆਪਣੇ ਕੋਲ ਐਡਵਾਂਟੇਜ ਡਿਸਐਡਵਾਂਟੇजेस ਹੋ ਗਿਆ, ਇੰਪੋਰਟੈਂਟ ਹੈ। पहला पॉइंट की है अपने कोल की क्रोमैटिक एब्रेशन नहीं होना। सेकंड पॉइंट की है कि स्फेरिकल एब्रेशन आप रिमूव कर सकते हैं जी आप यूज करांगे स्फेरिकल एब्रेशन रिमूव कर सकते हैं जी आप पैराबोलिक मिरर यूज करांगे। थर्ड की है कि शीशे ਦੇ ਵਿੱਚ ਇਮੇਜ ਜ਼ਿਆਦਾ ਬ੍ਰਾਈਟ ਹੁੰਦੀ ਹੈ ਐਸ ਕੰਪੇਅਰ ਟੂ ਲੈਂਸ। फोर्थ की है अपने ਕੋਲ ਕਿ ਜਿਹੜਾ ਗ੍ਰਾਈਂਡਿੰਗ ਤੇ ਪੋਲਿਸ਼ਿੰਗ ਕਰਨੀ ਹੈ ਉਹ ਸਿਰਫ ਇੱਕ ਸਾਈਡ ਤੇ ਰਿਕੁਆਇਰਡ ਹੈ ਇਨ ਦਾ ਕੇਸ ਆਫ ਮਿਰਰ। ਨੈਕਸਟ ਪॉइंट ਕੀ ਬੰਦਾ ਆਪਣੇ ਕੋਲ ਕਿ ਜਿਹੜਾ ਅਪਰਚਰ ਜ਼ਿਆਦਾ ਯੂਜ਼ ਕਰ ਲੈਂਦੇ ਆ, ਜੇ ਅਪਰਚਰ ਵੱਡਾ ਹੋ ਜਾਂਦਾ ਮਿਰਰ ਦਾ ਤਾਂ ਉਸਦੀ ਕੀ ਹੋ ਜਾਂਦੀ ਹੈ ਰੈਜ਼ੋਲੂਸ਼ਨ ਵੱਧ ਜਾਂਦੀ ਹੈ। ਠੀਕ ਹੈ, ਫਿਰ ਬੰਦਾ ਆਪਣੇ ਕੋਲ ਕਿ ਜਿਹੜਾ ਆਪਣੇ ਕੋਲ ਮਿਰਰ ਹੁੰਦਾ ਉਹਦਾ weight as compared to ਲੈਂਸ ਹਲਕਾ ਹੁੰਦਾ ਹੈ। ਜੇ ਸੇਮ ਆਪਟੀਕਲ ਕੁਆਲਿਟੀ ਦੀ ਗੱਲ ਕਰੀਏ ਤਾਂ ਉਸਨੂੰ ਹੋਲਡ ਕਰਨ ਵਾਸਤੇ ਲੈਸ ਆਪਾਂ ਨੂੰ ਮਕੈਨੀਕਲ ਸਪੋਰਟ ਚਾਹੀਦੀ ਹੈ। ਠੀਕ ਹੈ, ਤਾਂ ਆਪਣੇ ਕੋਲ ਨੈਕਸਟ ਬੰਦਾ ਟੌਪਿਕ ਹੈ ਟੈਰੇਸਟਰੀਅਲ टेलीस्कोप। तो इस डायग्राम ही डायग्राम है, सिर्फ और कुछ नहीं, सिंगल डायग्राम है, ध्यान नाल देखोगे समझ आ जाऊगा। बट जे स्केल पेन पेंसिल जाके बैठोगे फिर प्रॉपर ड्रॉ होगा। सो सब तो पहले तो अपने को आ जाता है ऑप्टिकल लेंस। ठीक है, सब तो पहले आ जाता अपने को ऑब्जेक्ट लेंस। ऑब्जेक्ट लेंस की होगा, लेट्स से दिस इज C1, तो रे इन्फिनिटी तो आऊगी मतलब पैरेलल आऊगी। ਤਾਂ ਬਣ ਜੂ ਅਲਫਾ ਐਂਗਲ ਸੇਮ ਜੋ ਵਰਡਿੰਗ ਸੀ। ਠੀਕ ਹੈ, ਤੇ ਬਾਕੀ ਰੇਜ਼ ਵੀ ਆਪਾਂ ਪੈਰਲਲ ਹੀ ਕੱਢੀਆਂ ਨੇ ਲਾਈਕ ਦਿਸ ਤੇ ਜਿਹੜੀ ਪੈਰਲਲ ਰੇ ਹੋਊਗੀ ਉਹ ਹੋਊਗੀ ਪ੍ਰਿੰਸੀਪਲ ਐਕਸਿਸ ਦੇ ਸਟ੍ਰੇਟ ਚੱਲੂਗੀ ਲਾਈਕ ਦਿਸ। ਤਾਂ ਆਪਣੇ ਕੋਲ ए ਵੀ ਕੀ ਹੋ ਗਿਆ ਆਪਣੇ ਕੋਲ ਇਮੇਜ ਬਣ ਗਈ। ਸਿੰਪਲ। ਤਾਂ ਆਪਣੇ ਕੋਲ ਆ ਕੀ ਹੋ ਗਿਆ ਦਿਸ ਇਜ਼ ਫੋਕਲ ਲੈਂਥ ਆਫ ਆਬਜੈਕਟ ਲੈਂਸ। ਐਂਡ ਅਗੇਨ ਮੈਂ ਕਹਿ ਰਿਹਾ ਡਾਇਗਰਾਮ ਡਰਾ ਕਰਨ ਨੂੰ ਟਾਈਮ ਲੱਗਦਾ ਹੈ ਤਾਂ ਆਟੋਮੈਟਿਕਲੀ ਤੁਹਾਨੂੰ ਕੀ ਕਰਨਾ ਹੈਗਾ ਪੌਜ਼ ਕਰਕੇ ਪ੍ਰੋਪਰਲੀ ਡਰਾ ਕਰੋ। जब तक डायग्राम प्रॉपर्ली ड्रॉ नहीं होगी उद तक नेक्स्ट टॉपिक ना स्टार्ट करियो। तो इस ए बी इमेज ਨੂੰ ਜੋ ਬਣ ਰਹੀ ਹੈ ਇਹ ਸੈਕਿੰਡ ਲੈਂਸ ਵਾਸਤੇ ਆਬਜੈਕਟ ਦਾ ਕੰਮ ਕਰੂ। ਤਾਂ ਮੈਂ ਕੀ ਕਰ ਰਿਹਾ ਕਿ ਸੈਕਿੰਡ ਲੈਂਸ ਨੂੰ ਪਲੇਸ ਕਰ ਰਿਹਾ ਇਸ ਸਾਈਡ ਤੇ ਇਸ ਇਮੇਜ ਨੂੰ ਸਿੱਧਾ ਕਰਨ ਵਾਸਤੇ। ਤਾਂ ਧਿਆਨ ਨਾਲ ਦੇਖ ਲਓ। ਲੈਟਸ ਸੇ ਜਿੰਨਾ ਡਿਸਟੈਂਸ ਇੱਥੇ ਹੈ ਉਨਾ ਡਿਸਟੈਂਸ ਇੱਥੇ ਹੋ ਜਾਊਗਾ। ਤਾਂ ਇਹ ਕਿ ਆਪਣੇ ਕੋਲ 2f ਤੇ ਪਲੇਸ ਕਰਤਾ ਤਾਂ 2f ਤੇ ਆਪਾਂ ਨੇ ਪਲੇਸ ਕਰਤਾ। ਤਾਂ ਜਿੰਨਾ ਇਮੇਜ ਆ ਵਾਲੀ ਆਬਜੈਕਟ ਦਾ ਸਾਈਜ਼ ਹੈ ए बी उन्ना ही इमेज का साइज होगा ए डैश बी डैश। याद है सारे तो सैकेंड वाली जी जाऊगी लाइन इतों पास करूगी लाइक दिस। स्केलर करोगे प्रॉपर ड्रॉ होगा, डिस्टेंस सेम रखियो। एक जाऊगी पैरेलल, जी पैरेलल गई है वो कितने जाऊगी उन्होंने बी ते मीट कर दो जिथे रस्ते चो मीट की उस पॉइंट कह दो फोकस। तो आ भी फोकस है। तो अपने को आ डिस्टेंस कितना हो गया 2f वाला डिस्टेंस है C2 वाला C2 2f वाला डिस्टेंस है। टोटल डिस्टेंस कितना आ गया 4f। सिंपल। ਹੁਣ ਜਦ 4f डिस्टेंस ਇਹਲਾ ਹੋ ਗਿਆ ਤਾਂ ਹੁਣ ਆਪਾਂ ਨੇ ਕੀ ਕਰਨਾ ਹੈ ਕਿ ਇਹ ਆਬਜੈਕਟ ਵੀ ਇਨਫਿਨਿਟੀ ਤੇ ਹੈ ਇਮੇਜ ਵੀ ਇਨਫਿਨਿਟੀ ਤੇ ਹੋਗੀ।
ਤਾਂ ਆਪਾਂ ਨੇ ਕੀ ਕਰਨਾ ਹੈ ਕਿ ਇੱਥੇ ਲੈਂਸ ਨੂੰ ਪਲੇਸ ਕਰਨਾ ਹੈ ਆਹ ਵਾਲੇ ਇਮੇਜ ਤੇ ਫੋਕਸ ਲਈ। ਤਾਂ ਆਪਾਂ ਜਿਹੜਾ ਨੈਕਸਟ ਵਾਲਾ ਲੈਂਸ ਪਲੇਸ ਕਰਾਂਗੇ ਉਸ ਦੇ ਆ ਫੋਕਸ ਤੇ ਹੈ, ਜਿਸਨੂੰ ਆਪਾਂ C3 ਕਹਿ ਦਿੰਦੇ ਹਾਂ। ਸਟ੍ਰੇਟ ਹੋ ਗਈ ਲਾਈਟ, ਤਾਂ ਇੱਕ ਤਾਂ ਚਲੀ ਜੂਗੀ ਆਪਣੀ C ਚੋਂ ਲਾਈਕ ਦਿਸ। ਸਕੇਲ ਨਾਲ ਕਰ ਲਈ ਡਰੋ। ਮੇਰੇ ਤੋਂ ਇੱਥੇ ਸਟ੍ਰੇਟ ਲਾਈਨ ਡਰੋ ਕਰਨੀ ਡੇਲੀ ਥੋੜੀ ਔਖੀ ਹੋ ਜਾਂਦੀ ਹੈ। ਇੱਥੋਂ ਕੀ ਹੋਊਗੀ ਪੈਰਲਲ, ਇੱਥੇ ਜਾਓ ਲਾਈਕ ਦਿਸ। ਦਿਸ ਇਜ਼ FE, ਇਹ ਆਪਣੇ ਕੋਲ ਆਈ ਲੈਂਸ ਦਾ ਫੋਕਸ ਹੋ ਜਾਊ। ਦਿਸ ਇਜ਼ FE, ਤਾਂ ਆਪਣੇ ਕੋਲ ਕੀ ਬਣ ਗਈ ਇਮੇਜ ਵੀ ਇਨਫਿਨਿਟੀ ਤੇ ਹੈ, ਆਬਜੈਕਟ ਵੀ ਇਨਫਿਨਿਟੀ ਤੇ ਹੈ। ਇਸ ਲੈਂਸ ਨੂੰ ਆਪਾਂ ਕੀ ਕਹਾਂਗੇ ਆਈ ਲੈਂਸ। ਦਿਸ ਪਾਰਟਿਕੂਲਰ ਲੈਂਸ ਇਜ਼ ਕਾਲਡ ਆਈ ਲੈਂਸ। ਠੀਕ ਹੈ, ਓਕੇ ਜੀ। ਆਪਣੇ ਕੋਲ ਆਬਜੈਕਟ ਲੈਂਸ ਇੱਕ ਹੋ ਜੋ ਆਪਣੇ ਕੋਲ ਆਈ ਲੈਂਸ। ਤਾਂ ਇੱਥੇ ਆਪਣੇ ਕੋਲ ਲੈਂਥ ਕਿੰਨੀ ਬਣ ਰਹੀ ਹੈ, ਮਤਲਬ distance between object lens and eye lens is f0 plus 4f plus fe। मैग्नीफाइंग पावर कितनी बनती है, दैट इज f0 by fe। पॉजिटिव की रिप्रेजेंट करूंगा कि ਜਿਹੜੀ फाइनल इमेज है ਉਹ ਤਾਂ पॉजिटिव साइन की रिप्रेजेंट कर रहा है कि अपने को फाइनल इमेज जो है ऑब्जेक्ट दे with respect to सिद्धि है erected। the positive sign shows that final image is erected या erect with respect to object। the final image भी infinity ਦੀ ਹੈ, object भी infinity ਦੀ ਹੈ, but जो फाइनल इमेज है that is erect with respect to object and ਵਿਚਕਾਰਲੇ ਲੈਂਸ ਨੇ ਉਹਦਾ ਕੰਮ ਕੀਤਾ ਉਸ ਨੂੰ ਸਿੱਧਾ ਕਰਨ ਦਾ। ਤਾਂ ਮੈਗਨੀਫਾਈਂਗ ਪਾਵਰ ਕੀ ਹੋ ਰਹੀ ਹੈ ਪੋਜ਼ਿਟਿਵ, ਤੇ ਆਪਣੇ ਕੋਲ ਲੈਂਥ ਕਿੰਨੀ ਬਣ ਰਹੀ ਹੈ, that is sum of all the distances between object lens and eye lens। ਸਿੰਪਲ। ਹੁਣ ਵੀਡੀਓ ਨੂੰ ਪੌਜ਼ ਕਰੋ, ਮੈਂ ਬਾਰ-ਬਾਰ ਬੋਲ ਰਿਹਾ ਇਹ ਲੈਂਥੀ ਡਾਇਗਰਾਮ ਹੈ, ਇਟ ਵਿਲ ਟੇਕ ਸਮ ਟਾਈਮ ਟੂ ਡਰਾ, ਇਟ ਵਿਲ ਟੇਕ ਸਮ ਟਾਈਮ ਟੂ ਅੰਡਰਸਟੈਂਡ। ਤਾਂ ਵੀਡੀਓ ਨੂੰ ਪੌਜ਼ ਕਰੋ ਤੇ ਪ੍ਰੋਪਰ ਨੋਟ ਕਰੋ, ਠੀਕ ਹੈ, ਕਿ ਨੋਰਮਲ ਕਲਾਸ ਦੇ ਵਿੱਚ ਅੱਧਾ ਘੰਟਾ ਲਗਾ ਦਿੰਦੇ ਆ ਸਾਰੇ ਡਰਾ ਕਰਨ ਨੂੰ, ਤੇ ਆਟੋਮੈਟਿਕਲੀ ਮੇਰੀ ਪ੍ਰੈਕਟਿਸ ਹੈ ਤਾਂ ਮੈਂ ਨਹੀਂ ਐਕਸਪੈਕਟ ਕਰਦਾ ਕਿ ਤੁਸੀਂ 5 ਮਿੰਟ 'ਚ 7 ਮਿੰਟ 'ਚ ਡਰਾ ਕਰ ਲਓਗੇ। ਟਾਈਮ ਲੱਗੂਗਾ, ਕੋਈ ਪ੍ਰੋਬਲਮ ਨਹੀਂ ਹੈ, ਟਾਈਮ ਲਗਾਓ, ਪ੍ਰੋਪਰਲੀ ਡਰਾ ਕਰੋ, ਤਾਂ ਹੀ ਫਾਇਦਾ ਹੋਊਗਾ, ਅਦਰਵਾਈਜ਼ ਫਾਇਦਾ ਨਹੀਂ ਹੁੰਦਾ। ਨੈਕਸਟ ਪੁਆਇੰਟ ਸਟਾਰਟ ਕਰ ਰਿਹਾ, ਡੈਫੀਨੇਸ਼ਨਸ ਹੈ ਇੱਕ ਤੋਂ। ਫਸਟ ਹੈ ਰੇਂਜ ਆਫ ਵਿਜ਼ਨ। ਤਾਂ ਆਪਣੇ ਕੋਲ ਫਾਰ ਪੁਆਇੰਟ ਕੀ ਸੀ, ਇਨਫਿਨਿਟੀ। ਮੈਕਸਿਮਮ ਕਿੰਨੇ ਡਿਸਟੈਂਸ ਤੱਕ ਹਿਊਮਨ ਆਈ ਬਿਨਾਂ ਸਟ੍ਰੈਸ ਦੇ ਦੇਖ ਸਕਦੀ ਹੈ, ਮੈਕਸਿਮਮ ਡਿਸਟੈਂਸ ਤੱਕ, that is called infinity। ਮਿਨੀਮਮ ਕਿੰਨੇ ਡਿਸਟੈਂਸ ਤੱਕ ਹਿਊਮਨ ਆਈ ਦੇਖ ਸਕਦੀ ਹੈ ਬਿਨਾਂ ਉਹਦੇ ਸਟ੍ਰੈਸ ਦੇ, ਮਿਨੀਮਮ ਕਿਸ ਡਿਸਟੈਂਸ ਤੱਕ, that distance is called least distance of distinct vision, that is D। ठीक है, that is D। ਤਾਂ ਆਪਾਂ ਨੇ ਕੀ ਕਰਨਾ ਹੈ, ਆਪਾਂ ਨੇ ਜੋ ਮਿਨੀਮਮ ਡਿਸਟੈਂਸ ਤੇ ਮੈਕਸਿਮਮ ਡਿਸਟੈਂਸ ਦੇ ਵਿਚਕਾਰਲਾ ਏਰੀਆ ਉਸਨੂੰ ਆਪਾਂ ਪ੍ਰੋਪਰਲੀ ਵਿਜ਼ੂਅਲਾਈਜ਼ ਕਰ ਸਕਦੇ ਹਾਂ, ਦੇਖ ਸਕਦੇ ਹਾਂ। ਤਾਂ ਉਹ ਕੀ ਆਪਣੇ ਕੋਲ ਰੇਂਜ ਹੈ। ਤਾਂ ਰੇਂਜ ਕੀ ਬਣਦਾ ਹੈ, ਇਟ ਇਜ਼ ਅ ਡਿਸਟੈਂਸ ਬਿਟਵੀਨ, ਸਿੰਪਲ ਸਟੇਟਮੈਂਟ ਹੈ, distance between near point and far point is called range of vision। ਤਾਂ near point ਤੇ far point ਦੇ ਵਿਚਕਾਰਲੇ distance ਨੂੰ ਕੀ ਕਹਾਂਗੇ ਆਪਾਂ, range of vision। ਫਿਰ ਆਪਣੇ ਕੋਲ ਆ ਜਾਂਦਾ ਹੈ power of accommodation। ਤਾਂ accommodate ਕਰਨ ਦੀ ਪਾਵਰ ਨੂੰ, ਮਤਲਬ distance ਨੂੰ ਦੇਖਣ ਦੀ ability ਨੂੰ, ਉਸਨੂੰ ਕਹਾਂਗੇ power of accommodation। range of vision ਦੇ ਵਿਚਕਾਰਲੇ ਕੋਈ ਵੀ ਚੀਜ਼ ਪਈ ਹੈ ਉਸਨੂੰ focus ਕਰਨਾ eye lens ਦੇ ਦੁਆਰਾ, that particular power is called, ability is called power of accommodation। ਤਾਂ ਕੀ ਹੈ, it is ability of eye lens to focus all the objects, simple statements है, that lie between
25 centimeter, that is D, capital D है, and infinity, that lie between 25 centimeter and infinity. Next we have defects in eye. ਤਾਂ ਆਈ ਦੇ ਵਿੱਚ ਕਿਹੜੇ ਕਿਹੜੇ ਡਿਫੈਕਟਸ ਹੋ ਸਕਦੇ ਨੇ? ਚਾਰ ਟਾਈਪ ਦੇ ਡਿਫੈਕਟਸ ਹਨ ਜੋ ਡਿਸਕਸ ਕਰਾਂਗੇ। ਫਸਟ ਆਊਗਾ ਮਾਇਓਪੀਆ। ਮਾਇਓਪੀਆ ਦੋ ਹੋਣਗੇ, ਇੱਕ ਹੋ ਜਾਊਗਾ ਮਾਇਓਪੀਆ, ਹੋ ਜਾਊਗਾ ਹਾਈਪਰਮੈਟ੍ਰੋਪੀਆ। ਹਾਈਪਰਮੈਟ੍ਰੋਪੀਆ ਇੱਕ ਲੈਂਥੀ ਵਰਡ ਹੈ, ਮਾਇਓਪੀਆ ਇੱਕ ਛੋਟਾ ਵਰਡ ਹੈ। ਛੋਟਾ ਵਰਡ ਤਾਂ ਇਸ ਨੂੰ ਲਿਖਾਂਗੇ ਆਪਾਂ ਸ਼ਾਰਟ ਸਾਈਟਡਨੈਸ। ਮੈਂ ਵੀ ਇਸੇ ਤਰੀਕੇ ਨਾਲ ਯਾਦ ਰੱਖਿਆ ਹੋਇਆ, ਉਸੇ ਤਰੀਕੇ ਨਾਲ ਦੱਸ ਰਿਹਾ। that is called short sightedness। ਇਹਦਾ ਮਤਲਬ ਬਣੂਗਾ ਨੇੜੇ ਦੀ ਦਿਖ ਰਿਹਾ, ਸ਼ਾਰਟ ਮਤਲਬ ਨੇੜੇ ਦਿਖ ਰਿਹਾ, ਦੂਰ ਦਾ ਨਹੀਂ ਦਿਖ ਰਿਹਾ। ਦੂਰ ਦੀ ਕਰੈਕਸ਼ਨ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ ਕਨਕੇਵ ਲੈਂਸ, ਨਾਲ ਨਾਲ ਚਾਹੇ ਨੋਟ ਕਰੀ ਚਲੋ, ਐਵੇਂ ਕਰੈਕਸ਼ਨ ਵਾਸਤੇ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਥਿਊਰੀ ਡਿਵੈਲਪ ਕਰਾਂਗੇ ਸਿਰਫ ਇੱਕ ਸਿੰਗਲ ਲਾਈਨ ਯਾਦ ਰੱਖ ਕੇ ਕਿ ਮਾਇਓਪੀਆ के अंदर ਸ਼ਾਰਟ ਵਰਡ ਹੈ, ਛੋਟਾ ਵਰਡ ਹੈ ਐਜ਼ ਕੰਪੇਅਰ ਟੂ ਹਾਈਪਰਮੈਟ੍ਰੋਪੀਆ। ਜੇ ਮਾਇਓਪੀਆ ਛੋਟਾ ਵਰਡ ਹੈ ਤਾਂ ਇਹਦਾ ਮਤਲਬ ਕੀ ਹੁੰਦਾ ਆਪਣੇ ਕੋਲ, ਆਪਾਂ ਨੂੰ ਨੇੜੇ ਦਾ ਦਿਖ ਰਿਹਾ, ਆਪਾਂ ਨੂੰ ਦੂਰ ਦਾ ਨਹੀਂ ਦਿਖ ਰਿਹਾ। ਜੇ ਆਪਾਂ ਨੂੰ ਦੂਰ ਦਾ ਨਹੀਂ ਦਿਖ ਰਿਹਾ ਤਾਂ ਉਸਦੀ ਕਰੈਕਸ਼ਨ ਕਿਵੇਂ ਹੁੰਦੀ ਹੈ? ਬਾਈ ਯੂਜ਼ਿੰਗ ਦਾ ਕਨਕੇਵ ਲੈਂਸ। ਹੁਣ ਉਸ ਤੋਂ ਬਾਅਦ ਥਿਊਰੀ ਸਾਰੀ ਫੋਰਵਰਡ ਚੱਲੂਗੀ, ਉਸ ਤੋਂ ਬਾਅਦ ਥਿਊਰੀ ਕੀ ਚੱਲੂਗੀ? ਕੈਰੀ ਫੋਰਵਰਡ ਕਹਿ ਸਕਦੇ ਹਾਂ, ਐਜ਼ ਇਟ ਇਜ਼ ਚੱਲੂਗੀ। ਕਿਵੇਂ? ਆਪਣੇ ਕੋਲ ਪਹਿਲਾਂ ਇਹਦੀ ਥਿਊਰੀ ਲਿਖ ਲੈਂਦੇ ਹਾਂ। ਇਟ ਮੀਨਸ a person can see near objects clearly but can't see far objects properly। that is the मतलब ये है कि far point shift हो गया, that is far point is not infinity of I is not infinity, it has been shifted। ਤਾਂ ਸ਼ਿਫਟ ਹੋ ਗਿਆ ਫਾਰ ਪੁਆਇੰਟ। ਕੀ ਰੀਜ਼ਨ ਉਸ ਦਾ ਸ਼ਿਫਟ ਹੋਣ ਦਾ? ਕਿ ਜਾਂ ਤਾਂ ਅੱਖ ਖਰਾਬ ਹੋ ਗਈ, ਉਹਦੇ ਵਿੱਚ ਜਾਂ ਤਾਂ ਰੈਟੀਨਾ ਚੇਂਜ ਕਰ ਗਏ, ਬਾਈਬੋਲ ਦਾ ਸਾਈਜ਼ ਚੇਂਜ ਕਰਕੇ, ਜਾਂ ਫਿਰ ਆਪਣੇ ਕੋਲ ਫੋਕਲ ਲੈਂਥ ਦੀ ਚੇਂਜ ਹੋ ਗਈ। ਹੁਣ ਆਪਾਂ ਉਸਨੂੰ ਡਿਸਕਸ ਕਰਾਂਗੇ ਕਿ ਕਿਵੇਂ ਉਹਦੀ ਫੋਕਲ ਲੈਂਥ ਚੇਂਜ ਹੋ ਸਕਦੀ ਹੈ, ਕਿਵੇਂ ਉਸਦਾ ਰੈਟੀਨਾ ਦਾ ਸਾਈਜ਼ ਦਾ ਫਰਕ ਪੈ ਸਕਦਾ ਹੈ। ਤਾਂ ਨਾਲਾ ਨੋਟ ਕਰੀ ਚਲੋ। ਇਹ ਹੁਣ ਦੋ ਡਾਇਗਰਾਮਸ ਡਰੋ ਕਰਾਂਗੇ ਆਪਾਂ, ਦੇਖ ਲਓ। ਇੱਕ ਆਪਣੇ ਕੋਲ ਹੋ ਜਾਊਗਾ ਕਰੈਕਟਡ ਆਈ, ਇੱਕ ਹੋ ਜਾਊ ਆਪਣੇ ਕੋਲ नॉर्मल आई, एक हो जो अपने को करेक्टेड आई। ठीक है, सिंपल डायग्राम से ह्यूमन आई है, लेट्स से नॉर्मल आई है। ह्यूमन आई है, लेट्स से करेक्टेड की अपन ने आई लेंस है। डायग्राम थोड़ी सी टेढ़ी-मेढ़ी होगी, यू हैव टू बियर इट। ਤਾਂ ਇਹਦੀ ਕਰੈਕਸ਼ਨ ਕਿਵੇਂ ਹੋਗੀ? ਕਨਕੇਵ ਲੈਂਸ ਨਾਲ। ਹੁਣ ਧਿਆਨ ਨਾਲ ਸਮਝਿਓ, ਜੇ ਕਨਕੇਵ ਲੈਂਸ ਨਾਲ ਕਰੈਕਸ਼ਨ ਹੋ ਰਹੀ ਹੈ ਮਤਲਬ ਲਾਈਟ ਕਿੱਥੋਂ ਆ ਰਹੀ ਹੈ? ਇਨਫਿਨਿਟੀ ਤੋਂ, ਕਿਉਂਕਿ ਦੂਰ ਦਾ ਨਹੀਂ ਦਿਖ ਰਿਹਾ। ਤਾਂ ਕਨਕੇਵ ਲੈਂਸ ਕੀ ਕਰ ਦੂ? ਲਾਈਟ ਨੂੰ ਫੈਲਾ ਦੂ। ਫੈਲਾਤਾ। ਜਦੋਂ ਲਾਈਟ ਫੈਲੂਗੀ ਫਿਰ ਕਿੱਥੇ ਇਕੱਠੀ ਹੋਗੀ? ਇਹ ਐਂਡ ਤੇ ਇੱਥੇ ਇਕੱਠੀ ਹੋਗੀ ਆ ਰੈਟੀਨਾ। ਤਾਂ ਕੀ ਆਪਣੇ ਕੋਲ ਕਰੈਕਟਡ ਆਈ ਹੈ। ਠੀਕ ਹੈ, ਇਹ ਆਪਣੇ ਕੋਲ ਕਰੈਕਟਡ ਆਈ ਹੈ, ਇਹ ਨੋਰਮਲ ਆਈ ਹੈ। ਜਿਸ ਨੂੰ ਨੋਰਮਲ ਆਈ ਚ ਆਪਾਂ ਕੀ ਕਹਿ ਸਕਦੇ ਹਾਂ? ਗਲਤ ਵੀ ਕਹਿ ਸਕਦੇ ਹਾਂ, ਜਿਸ ਚ ਆਪਾਂ ਨੂੰ ਵਿਜ਼ੀਬਲ ਨਹੀਂ ਹੋ ਰਿਹਾ ਪ੍ਰੋਪਰ। ਲਾਈਟ ਤਾਂ ਕਿੱਥੋਂ ਆ ਰਹੀ ਹੈ? ਇਨਫਿਨਿਟੀ ਤੋਂ। ਠੀਕ ਹੈ, ਇਨਫਿਨਿਟੀ ਤੋਂ ਆ ਰਹੀ ਹੈ। ਹੁਣ ਲੌਜਿਕ ਸਮਝੋ, ਜਿਹੜਾ ਕਨਕੇਵ ਲੈਂਸ ਯੂਜ਼ ਕੀਤਾ ਉਸ ਨਾਲ ਲਾਈਟ ਫੈਲ ਗਈ। ਮਤਲਬ ਜੇ ਕਨਕੇਵ ਲੈਂਸ ਯੂਜ਼ ਨਾ ਕਰਦੇ ਤਾਂ ਲਾਈਟ ਨੇ ਕੀ ਕਰਨਾ ਸੀ? ਪਹਿਲੇ ਇਕੱਠੇ ਹੋਣਾ ਸੀ, ਤਾਂ ਹੀ ਉਹ ਫੈਲੀ ਹੈ। ਤਾਂ ਉਹਨੇ ਕੀ ਹੋਣਾ ਸੀਗਾ? ਪਹਿਲੇ ਇਕੱਠੇ ਹੋ ਜਾਂਦਾ। ਮਤਲਬ ਜੇ ਕਨਕੇਵ ਲੈਂਸ ਯੂਜ਼ ਨਾ ਕਰਦੇ ਤਾਂ ਲਾਈਟ ਨੇ ਕਿੱਥੇ ਇਕੱਠੇ ਹੋਣਾ ਸੀਗਾ? ਪਹਿਲਾਂ ਹੀ ਇਕੱਠੇ ਹੋ ਜਾਣਾ ਸੀਗਾ। ਸਮਝੇ? ਹੁਣ ਇਸ ਨੂੰ ਜੇ ਇੱਥੇ ਆਪਾਂ ਨੇ ਕਨਕੇਵ ਲੈਂਸ ਪਲੇਸ ਕਰਤਾ ਤਾਂ ਲਾਈਟ ਫੈਲ ਗਈ, ਤਾਂ ਇਹ ਆਪਣੇ ਕੋਲ ਕਰੈਕਟਡ ਆਈ ਬਣ ਗਈ, ਇਹ ਆਪਣੇ ਕੋਲ ਨੋਰਮਲ ਆਈ ਬਣ ਗਈ, ਜਿਸ ਨੂੰ ਆਪਾਂ ਡਿਫੈਕਟਡ ਆਈ ਵੀ ਕਹਿ ਸਕਦੇ ਹਾਂ।
ਡਿਫੈਕਟਡ ਆਈ ਜਿਹਦੇ ਵਿੱਚ ਆਪਣੇ ਕੋਲ ਰੈਟੀਨਾ ਦੇ ਉੱਤੇ ਇਮੇਜ ਨਹੀਂ ਬਣ ਰਹੀ, ਜਿਹਦੇ ਵਿੱਚ ਆਪਣੇ ਕੋਲ ਰੈਟੀਨਾ ਦੇ ਉੱਤੇ ਇਮੇਜ ਨਹੀਂ ਬਣ ਰਹੀ। ਸਿੰਪਲ, ਠੀਕ ਹੈ। ਹੁਣ ਜੇ ਆਪਣੇ ਕੋਲ ਰੈਟੀਨਾ ਦੇ ਉੱਤੇ ਇਮੇਜ ਨਹੀਂ ਬਣ ਰਹੀ ਤਾਂ ਕੀ ਹੋ ਗਿਆ, ਅੱਗੇ ਬਣ ਰਹੀ ਹੈ। ਅੱਗੇ ਬਣਨ ਦੇ ਕੀ ਰੀਜ਼ਨਸ ਹੋ ਸਕਦੇ ਨੇ, ਇਸ 'ਚ ਆਪਣੇ ਕੋਲ ਰੀਜ਼ਨਸ ਕੀ ਹੋ ਸਕਦੇ ਨੇ, ਜਾਂ ਤਾਂ ਆਈਦਰ ਜਿਹੜਾ ਆਈ ਬੋਲ ਹੈ ਉਹ ਐਕਸਪੈਂਡ ਕਰ ਗਿਆ, ਮਤਲਬ ਫੋਕਲ ਲੈਂਥ ਸਹੀ ਹੈ, ਪਹਿਲਾਂ ਵੀ ਇੱਥੇ ਬਣਦੇ ਸੀ, ਪਹਿਲਾਂ ਇੱਥੇ ਸੀ ਡਾਟਡ 'ਚ ਰਿਪਰੈਜ਼ੈਂਟ ਕਰ ਰਹੇ ਬਟ ਹੁਣ ਫੈਲ ਗਿਆ। ਆਈਦਰ ਆਈ ਬੋਲ ਐਕਸਪੈਂਡਸ, ਜੇ ਐਕਸਪੈਂਡ ਕੀਤਾ ਜਿਸ ਚੱਕਰ 'ਚ ਰੈਟੀਨਾ ਬਾਹਰ ਨੂੰ ਨਿਕਲ ਗਿਆ, ਔਰ ਜਿਹੜੀ ਆਈ ਲੈਂਸ ਹੈ ਉਹਦੀ ਫੋਕਲ ਲੈਂਥ ਘਟ ਗਈ, ਔਰ ਫੋਕਲ ਲੈਂਥ of eye lens is decreased, ਜਾਂ ਤਾਂ ਫੋਕਲ ਲੈਂਥ ਘਟ ਗਈ ਜਾਂ ਆਈ ਬॉल ਐਕਸਪੈਂਡ ਕਰ ਗਿਆ। ਤਾਂ ਦੋ ਪੋਸਿਬਿਲਿਟੀਜ਼ ਹੋ ਸਕਦੀਆਂ ਨੇ, ਠੀਕ ਹੈ, ਜਿਸ ਨੂੰ ਆਪਾਂ ਨੇ ਮਾਇਓਪੀਆ ਦਾ ਨੇਮ ਦਿੱਤਾ ਹੈ, ਦੈਟ ਇਜ਼ ਸ਼ਾਰਟ ਸਾਈਟਡਨੈਸ। ਸ਼ਾਰਟ ਸਾਈਟਡਨੈਸ ਦਾ ਮਤਲਬ ਕੀ ਹੁੰਦਾ ਹੈ ਕਿ ਆਪਾਂ ਨੂੰ ਨੇੜੇ ਦਾ ਵਿਜ਼ੀਬਲ ਪ੍ਰੋਪਰਲੀ ਹੋ ਰਿਹਾ, ਦੂਰ ਦਾ ਵਿਜ਼ੀਬਲ ਨਹੀਂ ਹੋ ਰਿਹਾ। ਤਾਂ ਇਸ 'ਚ ਕੀ ਹੋਇਆ, ਆਪਣੇ ਕੋਲ ਫਾਰ ਪੁਆਇੰਟ ਖਰਾਬ ਹੋ ਗਿਆ, ਫਾਰ ਪੁਆਇੰਟ ਇਨਫਿਨਿਟੀ ਤੋਂ ਕਿਤੇ ਹੋਰ ਸ਼ਿਫਟ ਕਰ ਗਿਆ, ਠੀਕ ਹੈ, ਕਿਉਂਕਿ ਨੀਅਰ ਪੁਆਇੰਟ ਦੀ ਗੱਲ ਨਹੀਂ ਕਰ ਰਹੇ। ਤੇ ਇਹਦੀ ਕਰੈਕਸ਼ਨ ਕਿਵੇਂ ਕਰਾਂਗੇ ਆਪਾਂ, correction is by using concave lens। ਜੇ concave lens use ਕਰਾਂਗੇ ਤਾਂ ਆਈ ਦੀ correction ਹੋਗੀ, ਸਿੰਪਲ। ਹੁਣ ਧਿਆਨ ਨਾਲ ਦੇਖੋ, ਇੱਥੇ ਜਦੋਂ ਲਾਈਟ ਬੈਂਡ ਕਰ ਰਹੀ ਸੀ ਇੱਥੋਂ ਐ ਕਰਕੇ, ਯੈਲੋ ਨਾਲ ਮਾਰਕ ਕਰ ਰਿਹਾ, ਤਾਂ ਉਸਦੀ ਡਾਟਡ ਬਣਾਉਂਦੇ ਆ ਤਾਂ ਇਟ ਇਜ਼ ਮੂਵਿੰਗ ਲਾਈਕ ਦਿਸ, ਤਾਂ ਆਪਣੇ ਕੋਲ ਕੀ ਹੋ ਗਿਆ, ਇਸ ਸਾਈਡ ਤੇ ਇਮੇਜ ਬਣ ਰਹੀ ਹੈ, ਦਿਸ ਇਜ਼ ਰੋਂਗ ਫਾਰ ਪੁਆਇੰਟ, ਠੀਕ ਹੈ। ਤੇ ਇਸ ਸਾਈਡ ਤੇ ਕੀ ਬਣ ਰਹੀ ਹੈ, ਇਮੇਜ ਬਣ ਰਹੀ ਹੈ। ਜਿਹੜੀ ਚੀਜ਼ ਇਨਫਿਨਿਟੀ ਤੇ ਸੀਗੀ, ਆਬਜੈਕਟ ਇਨਫਿਨਿਟੀ ਸੀ, ਹੁਣ ਫਾਰ ਪੁਆਇੰਟ ਕਿੱਥੇ ਸ਼ਿਫਟ ਕਰ ਗਿਆ, ਆਪਣੇ ਕੋਲ FP ਤੇ, ਦੈਟ ਇਜ਼ ਰੋਂਗ FP ਤੇ। ਤਾਂ ਪਹਿਲਾਂ ਜਿੱਥੇ ਆਬਜੈਕਟ ਇਨਫਿਨਿਟੀ ਤੇ ਸੀ, ਜੋ ਪ੍ਰੋਪਰਲੀ ਵਿਜ਼ੀਬਲ ਹੋ ਰਿਹਾ ਸੀ, ਠੀਕ ਹੈ, ਤਾਂ U ਦੀ ਵੈਲਿਊ ਇਨਫਿਨਿਟੀ ਸੀ, ਮਾਈਨਸ ਇਨਫਿਨਿਟੀ। ਹੁਣ ਐਕਚੁਅਲ 'ਚ ਕੀ ਹੋ ਰਿਹਾ, ਲੈਂਸ ਨੇ ਉਸਨੂੰ ਕਿੱਥੇ ਪਲੇਸ ਕੀਤਾ, ਉਸਨੂੰ ਪਲੇਸ ਕਰਤਾ ਮਾਈਨਸ ਫਾਰ ਪੁਆਇੰਟ ਤੇ, ਕਿਉਂਕਿ ਲੈਫਟ ਸਾਈਡ ਹੈ। ਇਮੇਜ ਕਿੱਥੇ ਬਣ ਰਹੀ ਹੈ ਆਪਣੇ ਕੋਲ, ਮਾਈਨਸ ਫਾਰ ਪੁਆਇੰਟ ਤੇ। ਪੁਆਇੰਟ ਕਲੀਅਰ। ਹੁਣ ਆਪਾਂ ਨੂੰ ਲੌਜਿਕ ਕੀ ਹੈ ਕਿ 25 ਸੈਂਟੀਮੀਟਰ ਤੇ ਫਾਰ ਪੁਆਇੰਟ ਦੇ ਵਿਚਕਾਰਲਾ ਡਿਸਟੈਂਸ ਵਿਜ਼ੀਬਲ ਹੋਊਗਾ, ਜਿਹੜੀ ਆਪਣੀ ਵਿਦਆਊਟ ਸਪੈਕਸ ਹੈ। ਜੇ ਆਪਾਂ ਨੇ ਰੋਂਗ ਫਾਰ ਪੁਆਇੰਟ ਤੋਂ ਅਗਲਾ ਡਿਸਟੈਂਸ ਦੇਖਣਾ ਤਾਂ ਆਪਾਂ ਨੂੰ ਸਪੈਕਸ ਯੂਜ਼ ਕਰਨੀ ਪੈਣੀ ਹੈ, ਤਾਂ ਆਪਾਂ ਨੂੰ ਸਪੈਕਸ ਯੂਜ਼ ਕਰਨੀ ਪੈਣੀ ਹੈ। ਸਪੈਕਸ ਦਾ ਕੰਮ ਕੀ ਹੋਊਗਾ ਕਿ ਕੋਈ ਵੀ ਆਬਜੈਕਟ ਜਿਹੜਾ ਇਨਫਿਨਿਟੀ ਤੇ ਰੋਂਗ ਫਾਰ ਪੁਆਇੰਟ ਦੇ ਵਿਚਕਾਰ ਪਿਆ, ਇੱਥੇ ਵੀ ਜਿੱਥੇ ਮੈਂ ਕਰਸਰ ਮੂਵ ਕਰ ਰਿਹਾ, ਉਸ ਦੀ ਇਮੇਜ ਨੂੰ ਉਹ ਇਹਦੇ ਨੇੜੇ ਨੇੜੇ ਰੱਖ ਦੂਗਾ, ਜਿਸ ਨਾਲ ਆਪਾਂ ਦੀ ਆਈ ਦੇ ਲੈਂਸ ਨੂੰ ਉਹ ਪ੍ਰੋਪਰਲੀ ਫੋਕਸਡ ਹੋਊਗਾ, ਠੀਕ ਹੈ। ਤਾਂ ਜੇ ਆਪਾਂ ਲੈਂਸ ਫਾਰਮੂਲਾ ਅਪਲਾਈ ਕਰਦੇ ਹਾਂ, then 1 by f is equal to 1 by v minus 1 by u। 1 by f ਜੋ ਹੈ ਉਹ ਤਾਂ ਸੇਮ ਰਹੂਗਾ, ਇਹੀ ਪਾਵਰ ਹੋਊਗੀ ਜਿਹੜੀ ਆਪਾਂ ਲੈਂਸ ਦੀ ਹੈ। v ਕਿੱਥੇ ਹੈ, ਮਾਈਨਸ ਐਫ ਪੀ ਤੇ ਹੈ, ਮਾਈਨਸ ਯੂ ਕਿੰਨਾ ਹੈ, ਇਨਫਿਨਿਟੀ ਤੇ, ਠੀਕ ਹੈ। ਮਾਈਨਸ ਇਨਫਿਨਿਟੀ, ਐਨੀਥਿੰਗ ਡਿਵਾਈਡ ਬਾਈ ਇਨਫਿਨਿਟੀ, 0। ਤਾਂ ਪਾਵਰ ਕਿੰਨੀ ਹੋ ਜੂਗੀ, 1 by f is equal to minus of 1 by fp, that is far point, wrong far point। ਤਾਂ ਨੈਗੇਟਿਵ ਸਾਈਨ ਕੀ ਸ਼ੋ ਕਰੂਗਾ ਇੱਥੇ, correction ਕਿਹਦੇ ਨਾਲ ਹੋ ਰਹੀ ਹੈ, ਕਨਕੇਵ ਲੈਂਸ ਨਾਲ ਹੋ ਰਹੀ ਹੈ। ਤੇ ਨੈਗੇਟਿਵ ਪਾਵਰ ਕੀ ਸ਼ੋ ਕਰੂ, ਨੈਗੇਟਿਵ ਫੋਕਲ ਲੈਂਥ ਕੀ ਸ਼ੋ ਕਰੂ ਕਿ ਆਪਾਂ ਨੂੰ ਕਨਕੇਵ ਲੈਂਸ ਚਾਹੀਦਾ correction ਵਾਸਤੇ। ਤਾਂ ਇਨਫਿਨਿਟੀ ਤੇ ਆਬਜੈਕਟ ਪਿਆ ਸੀ, ਆਪਾਂ ਨੂੰ ਕਿੱਥੇ ਉਹ ਚਾਹੀਦਾ ਹੈਗਾ, ਨੈਗੇਟਿਵ ਆਫ ਫਾਰ ਪੁਆਇੰਟ, ਜਿਹੜਾ ਰੋਂਗ ਫਾਰ ਪੁਆਇੰਟ ਚਾਹੀਦਾ। ਹੁਣ ਜੇ ਇਸ ਨੂੰ ਆਪਾਂ ਪ੍ਰੈਕਟੀਕਲੀ ਅੰਡਰਸਟੈਂਡ ਕਰਨਾ ਹੋਵੇ ਤਾਂ ਮਤਲਬ ਸਮਝ ਲਓ, ਲੈਟਸ ਸੇ ਬੰਦੇ ਦੀ ਜਿਹੜੀ ਨੇੜੇ ਦੀ ਨਿਗਾਹ ਸਹੀ ਹੈ ਤਾਂ ਉਹਦੇ ਵਾਸਤੇ ਡੀ ਦੀ ਵੈਲਿਊ 25 ਸੈਂਟੀਮੀਟਰ ਹੈ। ਹੁਣ ਲੈਟਸ ਸੇ ਮੇਰੀ ਖੁਦ ਦੀ ਸਪੈਕਸ ਦਾ ਨੰਬਰ 1 ਡਾਇਓਪਟਰ ਹੈ, ਬਟ ਨੈਗੇਟਿਵ ਸਾਈਨ ਹੈ ਕਿਉਂਕਿ ਦੂਰ ਦੀ ਹੈ। ਤਾਂ ਇਸ ਨੂੰ ਆਪਾਂ ਫੋਕਲ ਲੈਂਥ 'ਚ ਕਨਵਰਟ ਕਰਦੇ ਹਾਂ, ਤਾਂ 1 ਬਾਈ ਐਫ ਜਾਂ ਫਾਰਮੂਲੇ ਦੇ ਅਕੋਰਡਿੰਗ 1 ਬਾਈ ਐਫ ਪੀ ਨੈਗੇਟਿਵ ਨਾਲ, ਤਾਂ ਇੱਥੋਂ ਫੋਕਲ ਲੈਂਥ ਕਿੰਨੀ ਬਣ ਜੂਗੀ, ਫਾਰ ਪੁਆਇੰਟ ਕਿੰਨਾ ਬਣ ਜੂ, 1 ਮੀਟਰ। 1 ਮੀਟਰ ਦਾ ਮਤਲਬ ਕੀ ਬਣਿਆ ਕਿ 100 ਸੈਂਟੀਮੀਟਰ ਕਹਿ ਲਓ, ਠੀਕ ਹੈ। ਤਾਂ ਮੈਨੂੰ ਖੁਦ ਨੂੰ ਜੇ ਮੈਂ ਆਈ ਵਾਸਤੇ ਦੇਖਦਾ ਤਾਂ ਨੀਅਰ ਪੁਆਇੰਟ ਕਿੰਨਾ ਹੋ ਜਾਊਗਾ, 25 ਸੈਂਟੀਮੀਟਰ, ਫਾਰ ਪੁਆਇੰਟ ਕਿੰਨਾ ਹੋ ਗਿਆ 100, ਮਤਲਬ ਮੈਨੂੰ 25 ਤੋਂ ਲੈ ਕੇ 100 ਦੇ ਵਿਚਕਾਰਲਾ ਡਿਸਟੈਂਸ ਪ੍ਰੋਪਰਲੀ ਦਿਖੂ ਵਿਦਆਊਟ ਸਪੈਕਸ। ਜੇ ਮੈਨੂੰ ਸਪੈਕਸ ਜੇ ਮੈਨੇ 100 ਸੈਂਟੀਮੀਟਰ ਤੋਂ ਦੂਰ ਦਾ ਡਿਸਟੈਂਸ ਤੇ ਕੋਈ ਆਬਜੈਕਟ ਦਿਖਣਾ ਹੈ ਤਾਂ ਮੈਨੂੰ ਕੀ ਚਾਹੀਦੀ ਹੈ, ਉਹਦੇ ਲਈ ਸਪੈਕਸ ਚਾਹੀਦੀ ਹੈ, ਜਿਹਦਾ ਨੰਬਰ ਕਿੰਨਾ ਹੋਊਗਾ, 1 ਡਾਇਓਪਟਰ, ਠੀਕ ਹੈ, ਸਿੰਪਲ।
ਇਹ ਆਪਣਾ ਇਹਦਾ ਪ੍ਰੈਕਟੀਕਲ ਫੰਕਸ਼ਨਿੰਗ ਹੋ ਗਈ। ਹੁਣ ਇੱਕ ਹੋਰ ਐਗਜ਼ਾਮਪਲ ਲੈਣਾ, ਲੈਟਸ ਸੇ ਕਿਸੇ ਦਾ ਨੰਬਰ ਜਿਹੜਾ ਹੈਗਾ 3 ਹੈ, 3 ਨੰਬਰ ਹੈ, 3 ਡਾਇਓਪਟਰ ਨੈਗੇਟਿਵ ਚ ਹੈ। ਮਤਲਬ ਨੋਰਮਲੀ ਜੋ ਸਟੂਡੈਂਟ ਲਾਈਫ 'ਚ ਜਾਂ ਆਪਣੇ ਅਡਲਟਹੁੱਡ ਲਾਈਫ 'ਚ ਹੁੰਦਾ ਹੈ, ਉੱਥੇ ਆਪਣੇ ਕੋਲ ਦੂਰ ਦੀ ਨਿਗਾਹ ਖਰਾਬ ਹੁੰਦੀ ਹੈ, ਨੇੜੇ ਦੀ ਨਿਗਾਹ ਠੀਕ ਹੁੰਦੀ ਹੈ। ਨੇੜੇ ਦੀ ਨਿਗਾਹ ਠੀਕ ਹੈ ਤਾਂ ਉਸ ਵਾਸਤੇ ਆਪਣੇ ਕੋਲ ਪੋਜ਼ਿਟਿਵ ਨਹੀਂ ਹੋਊਗਾ, ਨੰਬਰ ਨੈਗੇਟਿਵ ਹੋਊਗਾ। ਤਾਂ ਇਹਦੇ ਵਾਸਤੇ ਫਾਰ ਪੁਆਇੰਟ ਐਵੇਂ ਬਣ ਜਾਂਦਾ। ਤਾਂ ਫਾਰ ਪੁਆਇੰਟ ਕਿੰਨਾ ਬਣਦਾ ਆਪਣੇ ਕੋਲ 1/3 ਮੀਟਰ, that is 33.33 ਸੈਂਟੀਮੀਟਰ। ਮਤਲਬ ਇਸ ਪਰਸਨ ਨੂੰ 25 ਸੈਂਟੀਮੀਟਰ ਤੋਂ ਲਿਜਾ ਕੇ, ਥਿਓਰੈਟਿਕਲੀ ਕਹਿ ਰਿਹਾ 33 ਸੈਂਟੀਮੀਟਰ ਤੱਕ ਪ੍ਰੋਪਰ ਦਿਖ ਰਿਹਾ ਹੈ। ਜੇ ਉਸਨੇ ਇਸ ਤੋਂ ਬਿਯੋਂਡ ਇਨਫਿਨਿਟੀ ਤੱਕ ਦੇਖਣਾ ਹੈ, he or she has to use specs। ਤਾਂ specs यूज करके ही उसਨੂੰ properly दिखूगा। तो ਕਿਹੜਾ ਲੈਂਸ ਹੋਊਗਾ ਉਹ ਕਨਕੇਵ ਲੈਂਸ ਹੋਊਗਾ ਦੂਰ ਕੀ ਦੇਖਣ ਵਾਸਤੇ। ਠੀਕ ਹੈ, ਇੰਨਾ ਕਲੀਅਰ। ਦਿਸ ਇਜ਼ ਦਾ ਥਿਊਰੀ ਐਂਡ ਫੰਡਾ ਆਫ ਮਾਇਓਪੀਆ, that is short sightedness, that is ਦੂਰ ਦੀ ਨਿਗਾਹ ਵਾਲਾ ਲੌਜਿਕ। ਠੀਕ ਹੈ, ਫਿਰ ਨੈਕਸਟ ਵਾਲਾ ਪੁਆਇੰਟ ਨੂੰ ਆਪਣਾ ਨੇੜੇ ਦੀ ਨਿਗਾਹ ਖਰਾਬ ਹੈ। ਨੇੜੇ ਦੀ ਨਿਗਾਹ ਖਰਾਬ ਵਾਸਤੇ ਵਰਡ ਯੂਜ਼ ਕਰਾਂਗੇ ਹਾਈਪਰਮੈਟ੍ਰੋਪੀਆ। ਚੈप्टर कंप्लीट करना है। ठीक है, क्वेश्चंस भी करने हैं, ध्यान ਨਾਲ देखी चलो। मैं रिमूव करता सारा, वीडियो ਨੂੰ पॉज करके बार बार कह रहा मैं, वीडियो ਨੂੰ पॉज करके नोट कर सकते हो ਤੁਸੀਂ नहीं कुछ पेंडिंग है। ठीक है, सेकंड वर्ड वी हैव हाइपरमेट्रोपिया। हाइपरमेट्रोपिया ਹੁਣ लेंथी वर्ड है ਤੇ ਇਸ ਨੂੰ ਕਹਿੰਦੇ ਨੇ लॉन्ग साइटेडनेस। लॉन्ग साइटेडनेस ਦਾ मतलब ਹੈ दूर ਦਾ ਦਿਖੂਗਾ। साइटेडनेस मतलब दूर ਦਾ ਦਿਖ ਰਿਹਾ, ਨੇੜੇ ਦਾ ਨਹੀਂ ਦਿਖ ਰਿਹਾ। ਜੋ ਹੁਣ ਲੌਂਗ ਸਾਈਟਡਨੈਸ ਹੈ ਤਾਂ ਕੀ ਕਰਦਾ ਉਹ ਕਨਵੈਕਸ ਲੈਂਸ ਯੂਜ਼ ਕਰੋ। ਪਿਛਲੇ ਚ ਕਨਕੇਵ ਸੀ, ਇਸ ਚ ਕਨਵੈਕਸ ਆ ਜਾਊਗਾ। ਤਾਂ ਥਿਊਰੀ ਸਿੰਪਲ ਹੈ। ਥਿਊਰੀ ਕੀ ਕਹਿੰਦੀ ਹੈ, here the person can see far objects clearly but can't see near objects properly। ਤਾਂ ਨੇੜੇ ਦੀ ਚੀਜ਼ਾਂ ਨਹੀਂ ਦੇਖੂਗਾ। ਠੀਕ ਹੈ, ਤੇ ਇਹਦਾ ਮਤਲਬ ਕੀ ਉਹਦਾ ਨੀਅਰ ਪੁਆਇੰਟ ਖਤਮ ਹੋ ਗਿਆ। that is his her जो भी है has his near point has been shifted। his near point is wrong। shifted कह लो, not d कह लो, wrong कह लो, ਸਾਰੀ ਚੀਜ਼ਾਂ ਸੇਮ ਨੇ। ਹੁਣ ਜੇ ਆਪਾਂ ਇਸ ਨੂੰ ਡਾਇਗਰਾਮੈਟਿਕਲੀ ਸਮਝੀਏ ਤਾਂ ਆਪਣੇ ਕੋਲ ਹਿਊਮਨ ਆਈ ਆ ਜਾਊ। ਇੱਕ ਥੋੜੀ ਡਾਇਗਰਾਮ ਡਰਾ ਕਰਨ ਚ ਪ੍ਰੋਬਲਮ ਹੁੰਦੀ ਹੈ ਇੱਥੇ, ਤਾਂ ਯੂ ਹੈਵ ਟੂ ਬੀਅਰ ਇਟ। ਤਾਂ ਜਿਹੜੀ ਆਪਣੇ ਕੋਲ ਨਾਰਮਲ ਹੋਣੀ ਹੈ ਆਈ, ਉਹਦਾ ਡਾਇਗਰਾਮ ਹੈ ਨੀਅਰ ਪੁਆਇੰਟ 25 ਸੈਂਟੀਮੀਟਰ ਹੈ, 25 ਸੈਂਟੀਮੀਟਰ ਤੇ, ਤਾਂ ਉਸ ਦੀ ਇਮੇਜ ਜੋ ਬਣੂਗੀ that will be formed at retina properly। ਇੱਕ ਹੀ ਆਪਣੇ ਕੋਲ ਨਾਰਮਲ ਆਈ ਹੈ। ਜਿਹੜੀ ਆਪਣੇ ਕੋਲ ਡਿਫੈਕਟਡ ਆਈ ਹੋਊਗੀ ਤੇ ਇੱਕ ਕਰੈਕਟਡ ਆਈ ਹੋਊਗੀ। ਠੀਕ ਹੈ, ਮੈਂ ਅਗੇਨ ਕਹਿੰਦਾ ਮੈਂ ਕਰੈਕਟਡ ਆਈ ਪਹਿਲਾਂ ਡਰਾ ਕਰੂੰਗਾ, ਡਿਫੈਕਟਡ ਆਈ ਬਾਅਦ ਚ ਡਰਾ ਕਰੂੰਗਾ। ਦ ਸਿੰਪਲ ਰੀਜ਼ਨ ਇਜ਼ ਜੇ ਆਪਾਂ ਡਿਫੈਕਟਡ ਆਈ ਡਰਾ ਕਰ ਲੈਂਦੇ ਹਾਂ ਤਾਂ ਉਸ ਚ ਆਪਾਂ ਨੂੰ ਪਤਾ, ਹਾਂ ਸੌਰੀ ਕਰੈਕਟਡ ਆਈ ਡਰਾ ਕਰਦੇ ਆ, ਕਨਵੈਕਸ ਲੈਂਸ ਦਾ ਪਤਾ ਤਾਂ ਉਸ ਚ ਯਾਦ ਰੱਟਾ ਨਹੀਂ ਮਾਰਨਾ ਪੈਂਦਾ। ठीक है, तो ये अपने को हो गया लेंस। एक और लेंस हो गया, तो डी कह लो 25 सेंटीमीटर कह लो। तो ਹੁਣ ਉਹਨੂੰ ਇਸ ਤੋਂ ਨੇੜੇ ਦਾ ਤਾਂ ਦਿਖਣਾ ਨਹੀਂ ਹੈਗਾ, ਉਸ ਤੋਂ ਫਿਰ ਲੈਂਸ ਕੀ ਕਰੂਗਾ, ਉਸਨੂੰ ਅੰਦਰ ਨੂੰ ਬੈਂਡ ਕਰ ਦੂਗਾ। ਜਦ ਅੰਦਰ ਨੂੰ ਬੈਂਡ ਕਰੂਗਾ ਫਿਰ ਉਹਦੀ ਇਮੇਜ ਕਿੱਥੇ ਬਣ ਜੂਗੀ, ਰੈਟੀਨਾ ਤੇ, ਲਾਈਕ ਦਿਸ। ਇਮੇਜ ਕਿੱਥੇ ਬਣ ਗਈ, ਰੈਟੀਨਾ ਤੇ ਬਣ ਗਈ। ਤਾਂ ਕੀ ਹੈ ਆਪਣੇ ਕੋਲ ਇਹ ਕਰੈਕਟਡ ਆਈ ਹੈ। ਹੁਣ ਲੌਜੀਕਲੀ ਕੀ ਹੋਇਆ ਕਿ ਇਸ ਲੈਂਸ ਨੇ ਜਿਹੜੀ ਡੀ ਤੇ ਆਬਜੈਕਟ ਪਿਆ ਸੀ, ਹੁਣ ਆਬਜੈਕਟ ਕਿੱਥੇ ਪਿਆ, ਡੀ ਤੇ ਪਿਆ, ਉਸਨੂੰ ਪਿੱਛੇ ਸ਼ਿਫਟ ਕਰਤਾ। ਤਾਂ ਜਿਹੜਾ ਨੀਅਰ ਪੁਆਇੰਟ ਹੈ ਉਹਦਾ ਇੱਥੇ ਸ਼ਿਫਟ ਹੋ ਗਿਆ ਤੇ ਹੋ ਗਿਆ ਰੋਂਗ ਨੀਅਰ ਪੁਆਇੰਟ ਬਣ ਗਿਆ। ਠੀਕ ਹੈ,
ताकि अपने को wrong near point है ਤਾਂ D ਤੇ ਆਬਜੈਕਟ ਸੀ ਉਸਨੂੰ ਕਿੱਥੇ ਪਲੇਸ ਕਰਤਾ wrong near point ਤੇ ਪਲੇਸ ਕਰਤਾ ਇਹ ਕੀ ਆਪਣੇ ਕੋਲ corrected ਆਈ ਹੈ ਹੁਣ ਜੇ ਆਪਣੇ ਕੋਲ corrected ਆਈ ਦੇ ਵਿੱਚ ਇਮੇਜ ਬਣ ਰਹੀ ਹੈ ਰੈਟੀਨਾ ਦੇ ਉੱਤੇ ਠੀਕ ਹੈ ਤਾਂ ਡਿਫੈਕਟਡ ਆਈ ਦੇ ਵਿੱਚ ਕਿਵੇਂ ਬਣੂਗੀ ਡਾਇਗਰਾਮ ਦੇਖ ਲਓ 10th 'ਚ ਵੀ ਵੈਸੇ ਟੌਪਿਕ ਕੀਤਾ ਹੋਇਆ ਬਟ ਇੰਨੀ ਕੁ ਡਿਟੇਲ 'ਚ ਨਹੀਂ ਕੀਤਾ ਹੋਊਗਾ ਜਿਹੜਾ ਮੈਥਮੈਟੀਕਲ ਪੋਰਸ਼ਨ ਆਪਾਂ ਯੂਜ਼ ਕਰ ਰਹੇ ਹਾਂ ਆਪਣੇ ਕੋਲ ਨੀਅਰ ਪੁਆਇੰਟ ਹੋ ਗਿਆ 25 ਸੈਂਟੀਮੀਟਰ ਵਾਲਾ ਡੀ ਲਾਈਟ ਗਈ ਕਿੱਥੇ ਇਕੱਠੀ ਹੋਊਗੀ ਉਹ ਹੁਣ ਕਨਵੈਕਸ ਲੈਂਸ ਨਹੀਂ ਕਰਨਾ ਇਕੱਠਾ ਕਰਨਾ ਹੁੰਦਾ ਇਕੱਠਾ ਕਰ ਇਟ ਮੀਨਸ ਉਹ ਕਿੱਥੇ ਜਾ ਰਹੀ ਹੈ ਦੂਰ ਜਾ ਰਹੀ ਹੈ ਜੇ ਦੂਰ ਜਾ ਰਹੀ ਹੈ ਪਿੱਛੇ ਬਣ ਰਹੀ ਹੈ ਮਤਲਬ ਇੱਥੇ ਇਮੇਜ ਬਣ ਰਹੀ ਹੈ ਦੀ ਫੋਕਸ ਇੱਥੇ ਹੋ ਰਿਹਾ ਤਾਂ ਜਾ ਕੇ ਉਸਨੂੰ ਕਨਵੈਕਸ ਲੈਂਸ ਯੂਜ਼ ਕਰਨਾ ਪੈ ਰਿਹਾ ਹੈ ਕਨਵੈਕਸ ਲੈਂਸ ਯੂਜ਼ ਕਰਨ ਨਾਲ ਉਹ ਅੱਗੇ ਸ਼ਿਫਟ ਹੋ ਰਹੀ ਹੈ ਤਾਂ ਕੀ ਹੈ ਡਿਫੈਕਟਡ ਆਈ ਹੈ ਹੁਣ ਇਸ ਡਿਫੈਕਟ ਦੇ ਕੀ ਰੀਜ਼ਨ ਹੋ ਸਕਦੇ ਨੇ ਇਸ ਡਾਇਗਰਾਮ ਤੋਂ ਪਤਾ ਲੱਗੂਗਾ ਰੀਜ਼ਨਸ correction ਤਾਂ ਆਪਣੇ ਕੋਲ ਕਿਹੜੀ ਹੈਗੀ ਹੈ ਬਾਈ ਯੂਜ਼ਿੰਗ ਦ ਕਨਵੈਕਸ ਲੈਂਸ ਰੀਜ਼ਨਸ ਕੀ ਹੋ ਸਕਦੇ ਨੇ ਰੀਜ਼ਨ ਕੀ ਹੈ ਆਈਦਰ ਜਿਹੜਾ ਲੈਂਸ ਹੈ ਜਿਹੜਾ ਆਪਣਾ ਆਈਬॉल ਹੈ ਆਈਬॉल ਕੀ ਕਰ ਗਿਆ ਸ਼ਰਿੰਕ ਕਰ ਗਿਆ shrinks और ਜਿਹੜੀ focal length है आई लेंस ਦੀ focal length of आई लेंस ਉਹ ਕੀ ਕਰ ਗਈ increase ਕਰ ਗਈ is increased ਜਾਂ has increased focal length increase ਕਰ ਗਈ ਜਿਸ ਨਾਲ ਉਹਦਾ focus ਕਿੱਥੇ ਹੋ ਰਿਹਾ ਉਹ ਪਿੱਛੇ ਜਾ ਰਿਹਾ ਜੇ focal length increase ਨਹੀਂ ਕੀਤੀ ਜਾਂ ਕੀ ਹੋ ਸਕਦਾ ਕਿ ਉਹਦਾ eyeball shrink ਕਰਕੇ due to certain reasons ਇਸ ਕੇਸ ਦੇ ਵਿੱਚ ਕੀ ਹੁੰਦਾ ਕਿ image ਜੋ ਹੈ ਫੋਕਸ ਕਿੱਥੇ ਹੁੰਦੀ ਹੈ ਉਹ ਆਈਬॉल ਦੇ ਬੈਕ ਸਾਈਡ ਤੇ ਫੋਕਸ ਹੋਗੀ ਜੇ ਇਮੇਜ ਆਈਬॉल ਦੇ ਬੈਕ ਸਾਈਡ ਤੇ ਫੋਕਸ ਹੋਈ ਹੈ ਤਾਂ ਆਪਾਂ ਕਨਵੈਕਸ ਲੈਂਸ ਯੂਜ਼ ਕਰਾਂਗੇ ਉਸਨੂੰ ਉਸ ਤੋਂ ਪਹਿਲਾਂ ਫੋਕਸ ਕਰਨ ਵਾਸਤੇ ਠੀਕ ਹੈ ਤਾਂ ਇਹਦੀ ਕਰੈਕਸ਼ਨ ਕਿਵੇਂ ਹੁੰਦੀ ਹੈ ਬਾਈ ਯੂਜ਼ਿੰਗ ਦਾ ਕਨਵੈਕਸ ਲੈਂਸ ਤੇ what we will write correction is done by using convex lens ਠੀਕ ਹੈ ਤੇ ਕਨਵੈਕਸ ਲੈਂਸ ਯੂਜ਼ ਕਰਕੇ ਉਹਦੀ ਕਰੈਕਸ਼ਨ ਹੋ ਜਾਊਗੀ ਹੁਣ ਜੇ ਇਸ ਪਾਰਟਿਕੂਲਰ ਤੇ ਆਪਾਂ ਦੇਖੀਏ ਕਿ ਆਬਜੈਕਟ ਕਿੱਥੇ ਪਿਆ ਸੀ ਆਬਜੈਕਟ ਪਿਆ ਸੀਗਾ -d ਤੇ that is -25 ਸੈਂਟੀਮੀਟਰ ਲੈਫਟ ਸਾਈਡ ਹੈ ਤਾਂ ਨੈਗੇਟਿਵ ਹੀ ਲਿਖਾਂਗੇ ਆਪਾਂ ਤਾਂ u ਕਿੰਨਾ ਹੋ ਗਿਆ -25 ਹੋ ਗਿਆ ਇਮੇਜ ਕਿੱਥੇ ਬਣੀ ਜਾ ਰਹੀ ਹੈ ਇਮੇਜ ਬਣ ਰਹੀ ਹੈ ਆਪਣੇ ਕੋਲ v ਤੇ v ਕਿੱਥੇ ਹੈ ਮਾਈਨਸ ਆਫ wrong near point ਬਸ ਹੁਣ ਇਸ ਨੂੰ ਆਪਾਂ ਲੈਂਸ ਫਾਰਮੂਲੇ ਚ ਪੁੱਟ ਕਰਾਂਗੇ लेंस फॉर्मूले च पुट करांगे तो अपने को बनू 1/f is equal to 1/v minus 1/u तो पावर is equal to 1/f ਹੁੰਦਾ ਉਹੀ ਆਪਾਂ ਨੇ ਫਾਈਂਡ ਕਰਨਾ ਹੈ is equal to v ਕਿੱਥੇ ਆਪਣੇ ਕੋਲ ਮਾਈਨਸ ਨੀਅਰ ਪੁਆਇੰਟ ਤੇ ਮਾਈਨਸ u ਕਿੱਥੇ ਹੈ ਮਾਈਨਸ d ਤੇ that is 25 सेंटीमीटर 25 माइनस तक माइनस करके पॉजिटिव हो जाएगा -1/np बनेगा तो अपने को आ फॉर्मूला बन जाएगा फॉर correction ਲਈ ਜਿਹੜਾ ਲੈਂਸ ਚਾਹੀਦਾ ਉਹਦੇ ਵਾਸਤੇ ਆਪਣੇ ਕੋਲ ਪਾਵਰ ਉਹਦੀ ਐਵੇਂ ਫਾਈਂਡ ਕਰਾਂਗੇ ਹੁਣ ਜੇ ਇਸ ਕੈਲਕੂਲੇਸ਼ਨ ਨੂੰ ਚੈੱਕ ਕਰਦੇ ਆ ਤਾਂ ਇਸ ਕੈਲਕੂਲੇਸ਼ਨ ਦੇ ਵਿੱਚ ਜਿਹੜਾ ਨੀਅਰ ਪੁਆਇੰਟ ਡਾਇਗਰਾਮ 'ਚ ਦਿਖ ਰਿਹਾ ਉਹ 25 ਤੋਂ ਜ਼ਿਆਦਾ ਤਾਂ ਆਟੋਮੈਟਿਕਲੀ ਜਿਹੜੀ ਫੋਕਲ ਲੈਂਥ ਜਾਂ ਪਾਵਰ ਹੈ ਕੀ ਹੋਊਗੀ ਪੋਜ਼ਿਟਿਵ ਆਊ ਜੇ ਫੋਕਲ ਲੈਂਥ ਤੇ ਪਾਵਰ ਪੋਜ਼ਿਟਿਵ ਆਊ ਤਾਂ ਆਪਣੇ ਕੋਲ ਕਰੈਕਸ਼ਨ ਵਾਲਾ ਕਿਹੜਾ ਲੈਂਸ ਹੋ ਜੂ ਕਨਵੈਕਸ ਮੈਥਮੈਟੀਕਲ ਵੀ ਦੇਖ ਸਕਦੇ ਆਪਾਂ ਠੀਕ ਹੈ ਵੀਡੀਓ ਨੂੰ ਪੌਜ਼ ਕਰੋ ਜਿੱਥੇ ਜਿੱਥੇ ਤੁਹਾਡਾ ਪੈਂਡਿੰਗ ਹੁੰਦਾ ड्रॉ करो प्रॉपर्ली ड्रॉ करो प्रॉपर्ली नोट करो वीडियो को पॉज कर दो ज़्यादा टाइम लगता है कोई चक्कर नहीं बट कंप्लीट करो तो इस की लिखा गया आपा बाय कैलकुलेशन power of lens will be positive power of lens will be positive so it will be convex lens for correction ठीक है कि पावर की हो जो पॉजिटिव चाहिए जो डायग्राम तो विजिबल हो रहा है इसलिए correction वास्ते ਆਪਾਂ ਨੂੰ ਕਿਹੜਾ ਲੈਂਸ ਚਾਹੀਦਾ ਹੈ that is convex lens सिंपल जा पॉइंट है इजी है नोट कर लो आराम पॉज करके नोट करो डायग्राम जितना टाइम लगता है लगाओ आराम नाल ड्रॉ करो
ਮੇਰੀ ਡਾਇਗਰਾਮ ਡਰਾ ਕਰਨ ਦੀ ਸਪੀਡ ਆਟੋਮੈਟਿਕਲੀ ਜ਼ਿਆਦਾ ਹੋਊਗੀ ਤੁਹਾਡੇ ਕੰਪੈਰੀਜ਼ਨ 'ਚ। ਸੋ ਮੈਂ ਬਾਰ-ਬਾਰ ਕਹਿ ਰਿਹਾ, ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਉਸਨੂੰ ਨੋਟ ਕਰ ਸਕਦੇ ਹੋ, ਕਿਉਂਕਿ ਮੈਂ ਤਾਂ ਫਿਰ ਕੰਟੀਨਿਊਟੀ 'ਚ ਚੱਲੀ ਜਾਊਂਗਾ, ਠੀਕ ਹੈ। ਨੈਕਸਟ ਆਪਣੇ ਕੋਲ ਪ੍ਰੈਸਬਾਇਓਪੀਆ। ਪ੍ਰੈਸਬਾਇਓਪੀਆ ਹੁੰਦਾ ਹੈ ਜਿਸ ਵਿੱਚ ਬੰਦਾ ਦੋਨਾਂ ਤੋਂ ਸਫਰ ਕਰਦਾ ਹੈ। person suffers from both myopia and hypermetropia. Here the person suffers from both myopia and hypermetropia. ਤੇ ਆਪਣੇ ਕੋਲ ਇਸ 'ਚ ਕੀ ਹੁੰਦਾ ਹੈ, ਇਹ ਤੁਸੀਂ ਪ੍ਰੈਕਟੀਕਲੀ ਵੀ ਦੇਖਿਆ ਹੋਊਗਾ ਕਿ ਜਿਹੜੇ ਸਕੂਲ ਦੇ ਟੀਚਰਸ ਹੁੰਦੇ ਨੇ ਉਹ ਕੀ ਕਰਦੇ, ਡਬਲ ਮਤਲਬ ਉਹ ਅੱਖਾਂ ਨੂੰ ਨੀਚੇ ਕਰਕੇ ਚੈੱਕ ਕਰਦੇ ਨੇ। ਤਾਂ ਉਹਨਾਂ ਦੇ ਜਿਹੜੇ ਲੈਂਸ ਹੁੰਦੇ ਨੇ, ਮਤਲਬ ਉਹਨਾਂ ਦੀ ਨੇੜੇ ਦੀ ਨਿਗਾਹ ਵੀ ਖਰਾਬ ਹੈ, ਦੂਰ ਦੀ ਨਿਗਾਹ ਵੀ ਖਰਾਬ ਹੈ। ਜੇ ਨੇੜੇ ਦੀ ਖਰਾਬ ਹੈ ਤਾਂ ਉਹ ਅੱਖਾਂ ਨੂੰ ਨੀਵੀਂ ਕਰਕੇ ਦੇਖਦੇ ਨੇ, ਉਹ ਕੋਮੇਡੀ ਟਾਈਪ ਲੱਗਦਾ ਹੈ। ਤਾਂ ਨਿਚਲਾ ਲੈਂਸ ਕੀ ਹੁੰਦਾ, ਕਨਵੈਕਸ ਲੈਂਸ। ਘਰ 'ਚ ਬਜ਼ੁਰਗ ਨੇ ਉਹਨਾਂ 'ਚ ਤੁਸੀਂ ਚੈੱਕ ਕਰ ਸਕਦੇ ਹੋ। ਉੱਪਰਲਾ ਲੈਂਸ ਕੀ ਹੁੰਦਾ, ਕਨਕੇਵ ਲੈਂਸ। ਤਾਂ ਇਹ ਮਿਕਸਚਰ ਜਿਹਾ ਹੁੰਦਾ ਹੈ। ਤਾਂ upper half of the lens is concave and lower half is convex। ਇਸ ਨਾਲ ਕੀ ਹੁੰਦਾ ਹੈ, ਜਦੋਂ ਆਪਾਂ ਨੇ ਨੇੜੇ ਦਾ ਦੇਖਣਾ ਹੈ ਤਾਂ ਆਪਾਂ ਨੀਚੇ ਕਰਕੇ ਦੇਖਦੇ ਹਾਂ, ਜਦੋਂ ਆਪਾਂ ਨੇ ਦੂਰ ਦਾ ਦੇਖਣਾ ਤਾਂ ਆਈਜ਼ ਨੂੰ ਆਪਾਂ ਉੱਪਰ ਚੱਕ ਕੇ ਦੇਖਦੇ ਹਾਂ, ਠੀਕ ਹੈ। ਤਾਂ ਆਪਣੇ ਕੋਲ ਇਹ ਹੋ ਗਿਆ, ਆਪਣੇ ਕੋਲ ਪ੍ਰੈਸਬਾਇਓਪੀਆ ਹੋ ਗਿਆ। ਬਾਰ-ਬਾਰ ਕਹਿ ਰਹੇ ਹਾਂ, ਲੈਂਥੀ ਡਾਇਗਰਾਮਸ ਨੇ, ਡਿਟੇਲ 'ਚ ਲੈਂਥੀ ਨੇ, ਤਾਂ ਇਹਨਾਂ ਦੀ ਵੀਡੀਓਜ਼ ਨੂੰ ਪੌਜ਼ ਕਰੋ ਐਂਡ ਉਸਨੂੰ ਆਰਾਮ ਨਾਲ ਨੋਟ ਕਰੋ। ਰੱਟਾ ਜਿਹੜਾ ਮਾਰਨਾ ਹੈ ਸਿਰਫ ਪਹਿਲੀ ਸਟੇਟਮੈਂਟ ਨੂੰ ਮਾਰਨਾ ਹੈ, ਦੈਟ ਇਜ਼ ਮਾਇਓਪੀਆ ਛੋਟਾ ਵਰਡ ਹੈ, ਛੋਟਾ ਵਰਡ ਹੈ ਤਾਂ ਇਹ ਕੀ ਆਪਣੇ ਕੋਲ ਸ਼ਾਰਟ ਸਾਈਟਡਨੈਸ। ਸ਼ਾਰਟ ਸਾਈਟਡ ਦਾ ਮਤਲਬ ਆਪਾਂ ਨੂੰ ਨੇੜੇ ਦਾ ਦਿਖ ਰਿਹਾ, ਆਪਾਂ ਨੂੰ ਦੂਰ ਦਾ ਨਹੀਂ ਦਿਖ ਰਿਹਾ। ਸ਼ਾਰਟ ਸਾਈਟਡਨੈਸ, ਛੋਟਾ ਦਿਖ ਰਿਹਾ ਮਤਲਬ ਨੇੜੇ ਦਾ ਦਿਖ ਰਿਹਾ, ਦੂਰ ਦਾ ਨਹੀਂ ਦਿਖ ਰਿਹਾ। ਜੇ ਨੇੜੇ ਦਾ ਦਿਖ ਰਿਹਾ ਤਾਂ ਉਸ ਵਾਸਤੇ ਕਰੈਕਸ਼ਨ ਕੀ ਹੈ, ਦੂਰ ਦਾ ਦੇਖਣ ਵਾਸਤੇ, ਦੈਟ ਇਜ਼ ਕਨਕੇਵ ਲੈਂਸ। ਕਨਕੇਵ ਲੈਂਸ ਕੀ ਕਰਦਾ ਹੈ, ਲਾਈਟ ਨੂੰ ਬੈਂਡ ਕਰਦਾ ਹੈ। ਜੇ ਲਾਈਟ ਨੂੰ ਬੈਂਡ ਕਰ ਰਿਹਾ ਮਤਲਬ ਲਾਈਟ ਪਹਿਲਾਂ ਨੇੜੇ ਇਕੱਠੀ ਹੋ ਰਹੀ ਸੀ, ਇਸ ਲਈ ਉਸਨੂੰ ਬੈਂਡ ਕਰਨ ਦੀ ਰਿਕੁਆਇਰਮੈਂਟ ਪੈ ਰਹੀ ਹੈ। ਨੇੜੇ ਇਕੱਠੀ ਹੋ ਰਹੀ ਹੈ ਮਤਲਬ ਰੀਜ਼ਨ ਕੀ ਬਣਦਾ, ਜਾਂ ਤਾਂ ਆਈਬੋਲ ਐਕਸਪੈਂਡ ਕਰ ਗਿਆ ਜਾਂ ਉਹਦੀ ਫੋਕਲ ਲੈਂਥ ਘਟ ਗਈ। ਕਰੈਕਸ਼ਨ ਕਿਹਦੇ ਨਾਲ ਕੀਤੀ ਆਪਾਂ ਨੇ, ਬਾਈ ਯੂਜ਼ਿੰਗ ਕਨਕੇਵ ਲੈਂਸ, ਠੀਕ ਹੈ। ਨੈਕਸਟ ਆਪਣੇ ਕੋਲ ਆ ਜਾਂਦਾ ਐਸਟਿਗਮੇਟਿਜ਼ਮ। ਐਸਟਿਗਮੇਟਿਜ਼ਮ ਹੁਣ ਇਹ ਸਭ ਤੋਂ ਵੈਸੇ ਡਾਇਗਰਾਮ ਦੇ ਬਿਨਾਂ ਸਿਰਫ ਸਟੇਟਮੈਂਟ ਹੈ, ਧਿਆਨ ਨਾਲ ਸਮਝੋ। ਇਸ ਐਸਟਿਗਮੇਟਿਜ਼ਮ 'ਚ ਕੀ ਹੁੰਦਾ, ਆਪਣੇ ਕੋਲ ਨਾਰਮਲੀ ਆਪਣੇ ਕੋਲ ਆਈਜ਼ 'ਚ ਪ੍ਰੋਬਲਮ ਹੁੰਦੀ ਹੈ, ਇਸ ਰੈਟੀਨਾ ਦੀ ਸ਼ੇਪ ਬਲਰਿੰਗ ਹੋ ਜਾਂਦੀ ਹੈ, ਠੀਕ ਹੈ। ਬਲਜਿੰਗ ਹੋ ਜਾਂਦੀ ਹੈ, ਬਲਰਿੰਗ ਹੋ ਜਾਂਦੀ ਹੈ, ਜਿਸ ਨਾਲ ਆਪਾਂ ਨੂੰ ਇੱਕ ਟਾਈਮ ਤੇ ਵਰਟੀਕਲ ਤੇ ਹੋਰੀਜ਼ੋਨਟਲ ਲਾਈਨਸ ਦੋਨੇ ਇਕੱਠੀਆਂ ਫੋਕਸ ਨਹੀਂ ਹੁੰਦੀਆਂ। ਜਾਂ ਤਾਂ ਆਪਾਂ ਕੀ ਕਰ ਸਕਦੇ ਹਾਂ, ਜਾਂ ਤਾਂ ਆਪਾਂ ਇਕੱਲੀਆਂ ਹੋਰੀਜ਼ੋਨਟਲ ਲਾਈਨਸ 'ਤੇ ਫੋਕਸ ਕਰਦੇ ਹਾਂ, ਜਿਵੇਂ ਜਾਲੀ ਜਿਹੀ ਹੁੰਦੀ ਹੈ ਨਾ ਵਿੰਡੋਆਂ ਦੇ ਵਿੱਚ, ਉੱਥੇ ਗੱਲ ਕਰ ਰਿਹਾ ਜਿੱਥੇ ਆਪਣੇ ਕੋਲ ਹੋਰੀਜ਼ੋਨਟਲ ਤੇ ਵਰਟੀਕਲ ਲਾਈਨਸ ਇਕੱਠੀਆਂ ਨੇ। ਉੱਥੇ ਜਾਂ ਤਾਂ ਆਪਾਂ ਹੋਰੀਜ਼ੋਨਟਲ ਤੇ ਫੋਕਸ ਕਰ ਸਕਦੇ ਹਾਂ ਜਾਂ ਵਰਟੀਕਲ ਤੇ ਫੋਕਸ ਕਰ ਸਕਦੇ ਹਾਂ ਇੱਕ ਟਾਈਮ ਤੇ, ਦੋਨੇ ਇਕੱਠੇ ਫੋਕਸ ਨਹੀਂ ਕਰ ਸਕਦੇ। ਤੇ ਇਸ ਵਾਸਤੇ ਯੂਜ਼ ਕਰਦੇ ਹਾਂ ਆਪਾਂ ਕਰੈਕਸ਼ਨ ਵਾਸਤੇ ਲੈਂਸ, ਸਿਲੈਂਡਰੀਕਲ ਲੈਂਸ। ਥਿਊਰੀ ਲਿਖ ਲਓ। Here the person can't see simultaneously in two perpendicular directions perpendicular direction मतलब या तो horizontal देख सकते या vertical देख सकते। We use cylindrical lenses to correct this defect। ਤੇ ਇਹ defect ਕਿਵੇਂ ਦੂਰ ਹੁੰਦਾ ਹੈ, by using the cylindrical lenses, ਠੀਕ ਹੈ। ਤਾਂ ਇਹ ਆਪਣੇ ਕੋਲ ਹੋ ਗਏ 4 ਡਿਫੈਕਟਸ ਹੋ ਗਏ ਹਿਊਮਨ ਆਈ ਦੇ ਵਿੱਚ, ਤੇ ਇਸ ਨੂੰ ਕਰੈਕਸ਼ਨ ਦੇ ਹਰ ਇੱਕ ਆਪਾਂ ਨੇ ਪੋਸਿਬਿਲਿਟੀ ਦੱਸਦੀ। ਜੇ ਐਸਟਿਗਮੈਟਿਜ਼ਮ ਹੈ ਤਾਂ ਕਿਵੇਂ ਦੂਰ ਹੁੰਦਾ ਆਪਣੇ ਕੋਲ, ਬਾਈ ਯੂਜ਼ਿੰਗ ਸਿਲੈਂਡਰੀਕਲ ਲੈਂਸਸ। ਜੇ ਪ੍ਰੈਸਬਾਇਓਪੀਆ ਹੈ ਤਾਂ ਕੰਬੀਨੇਸ਼ਨ ਹੁੰਦਾ ਹੈ ਕਨਕੇਵ ਤੇ ਕਨਵੈਕਸ ਦਾ, ਠੀਕ ਹੈ। ਫਿਰ ਆਪਣੇ ਕੋਲ 2-3 ਕੁਐਸਚਨਸ ਆਨੇ ਨੇ ਨਿਊਮੈਰੀਕਲਸ, ਉਹਨਾਂ ਨੂੰ ਸਮਝ ਲਓ ਤੇ ਇੰਨੇ ਦਾ ਸਿਲੇਬਸ ਵੇਲਾ। ਤਾਂ 6 ਚੈਪਟਰ ਦਾ 6.4 ਕੰਪਲੀਟ ਹੋ ਜੂ। ਤਾਂ ਨੈਕਸਟ ਵਾਲਾ ਆਪਣੇ ਕੋਲ ਨਿਊਮੈਰੀਕਲ ਹੈ 2, ਦੇਖ ਲਓ। far point of a person is 200 centimeter, find the focal length
of the lens required to correct the defect, and also the name the defect. Also the name of defect. Statement ਕੀ ਹੈ ਕਿ ਇੱਕ ਪਰਸਨ ਹੈ ਜਿਹਦਾ ਫਾਰ ਪੁਆਇੰਟ ਕਿੰਨਾ ਬਣ ਗਿਆ, ਉਹ ਫਾਰ ਪੁਆਇੰਟ ਬਣ ਚੁੱਕਿਆ ਆਪਣੇ ਕੋਲ 200 ਸੈਂਟੀਮੀਟਰ ਦਾ। ਰੋਂਗ ਫਾਰ ਪੁਆਇੰਟ ਕਿੱਥੇ ਸ਼ਿਫਟ ਹੋ ਗਿਆ 200 ਸੈਂਟੀਮੀਟਰ ਤੇ ਜਾਂ ਫਿਰ 2 ਮੀਟਰ ਤੇ। ਫਾਈਂਡ ਦਾ ਫੋਕਲ ਲੈਂਥ ਆਫ ਦਾ ਲੈਂਸ ਰਿਕੁਆਇਰਡ, ਤਾਂ ਫੋਕਲ ਲੈਂਥ ਵੀ ਕਿੰਨੀ ਹੋ ਜੂ 2 ਮੀਟਰ ਹੋ ਜੂ। ਤਾਂ ਪਾਵਰ ਕਿੰਨੀ ਚਾਹੀਦੀ ਹੈ ਚਸ਼ਮੇ ਦੀ 1 by minus of f minus 1 by 2 that is minus 0.5 diopter। ਤਾਂ ਆਪਣੇ ਸਪੈਕਸ ਦਾ ਨੰਬਰ ਕਿੰਨਾ ਹੈ -0.5 ਹੈ। ਮਾਈਨਸ ਨਹੀਂ ਕਹਿੰਦੇ 0.5 ਕਹਿੰਦੇ ਕਿ ਸਪੈਕਸ ਦਾ ਨੰਬਰ ਕਿੰਨਾ ਹੈ 0.5। 0.5 ਹੈ ਤਾਂ ਇਹਦਾ ਮਤਲਬ ਹੈ ਕਿ ਨੈਗੇਟਿਵ ਹੈ। ਨੈਗੇਟਿਵ ਦਾ ਮਤਲਬ ਕਿ ਬੰਦਾ ਆਪਣੇ ਕੋਲ ਪ੍ਰੋਬਲਮ ਕਿਹੜੀ ਹੈ ਮਾਇਓਪੀਆ ਦੀ ਹੈ। ਤਾਂ ਆਪਾਂ ਨੂੰ ਦੂਰ ਦੀ ਚੀਜ਼ਾਂ ਨਹੀਂ ਦਿਖ ਰਹੀਆਂ, ਨੇੜੇ ਦੀ ਚੀਜ਼ਾਂ ਦਿਖ ਰਹੀਆਂ ਨੇ। ਹੁਣ ਨੈਕਸਟ ਟਾਈਮ ਸਪੈਕ ਜਿਨ੍ਹਾਂ ਨੂੰ ਸਪੈਕਸ ਲੱਗੀਆਂ ਨੇ ਚੈੱਕ ਕਰਨ ਜਾਓਗੇ ਤਾਂ ਉੱਥੇ ਚੈੱਕ ਕਰਿਓ, ਜਦੋਂ ਮਸ਼ੀਨ ਤੇ ਚੈੱਕ ਕਰਦੇ ਨੇ ਦੋ ਟਾਈਪ ਦੇ ਨੰਬਰ ਹੁੰਦੇ, ਇੱਕ ਹੁੰਦੇ ਨੇ ਸੀ ਦੈਟ ਇਜ਼ ਸਿਲੰਡਰੀਕਲ, ਇੱਕ ਹੁੰਦਾ ਆਪਣੇ ਕੋਲ ਸਫੈਰੀਕਲ। ਜੋ ਆਪਾਂ ਡਿਫੈਕਟਸ ਦੀ ਗੱਲ ਕਰਦੇ ਆ ਪਹਿਲੇ ਦੋ ਮਾਇਓਪੀਆ ਤੇ ਹਾਈਪਰਮੈਟ੍ਰੋਪੀਆ, ਦੋਜ਼ ਆਰ ਕਾਲਡ ਸਿਲੰਡਰੀਕਲ ਸਫੈਰੀਕਲ ਡਿਫੈਕਟਸ। ਜਿਹੜਾ ਸਿਲੰਡਰੀਕਲ ਹੈ ਉਹ ਐਸਟਿਗਮੈਟਿਜ਼ਮ ਦਾ ਪਾਰਟ ਹੈ, ਠੀਕ ਹੈ। ਉਹ ਆਪਣੇ ਸਿਰ ਦਰਦ ਵਗੈਰਾ ਉਹਦੇ ਕਾਰਨ ਹੁੰਦਾ। ਜਿਹੜਾ ਆਪਣੇ ਕੋਲ ਸਫੈਰੀਕਲ ਵਾਲਾ ਹੈ ਇਸ 'ਚ ਕੀ ਆ ਆਪਣੇ ਕੋਲ, ਇਸ 'ਚ ਡਾਇਓਪਟਰ ਯੂਨਿਟਸ ਲਵਾਂਗੇ ਆਪਾਂ, ਨੈਗੇਟਿਵ ਪੋਜ਼ਿਟਿਵ ਦੋਨੇ ਆਣਗੇ। ਸਿਲੰਡਰੀਕਲ ਦਾ ਕੰਸੈਪਟ ਡਿਫਰੈਂਟ ਹੈ, ਉਹ ਆਪਾਂ ਨੂੰ ਟੌਪਿਕ ਹੈ ਨਹੀਂ ਸਿਲੇਬਸ 'ਚ। ਬਟ ਹਾਲੇ ਤੁਸੀਂ ਇਹ ਧਿਆਨ 'ਚ ਰੱਖਣਾ ਕਿ ਨੰਬਰ ਦਾ ਮਤਲਬ ਕੀ ਬਣਦਾ, ਠੀਕ ਹੈ, ਸਿੰਪਲ ਹੈ। ਨੈਕਸਟ ਕੁਐਸਚਨ ਕੀ ਹੈ, a person's near point is 50 centimeter. Find the power of lens required to correct the defect। The defect ਨੂੰ correct ਕਰਨ ਵਾਸਤੇ ਕਿੰਨੀ power of lens required ਹੈ। same question ਹੈ, ਠੀਕ ਹੈ। far point ਦੇ ਜਾਂ near point ਦੇ ਇੱਕ ਦੋ question ਦੇ required ਨਹੀਂ ਹੈ, ਉਸ ਤੁਸੀਂ theory mind 'ਚ ਰੱਖੋ, ਲਿਖ ਕੇ ਦੇਖ ਲਓ ਤੁਹਾਨੂੰ clear ਹੋ ਜਾਊਗੀ। ਕੁਝ ਹੈ ਨਹੀਂ ਉਸ 'ਚ ਖਾਸ ਵੈਸੇ theory 'ਚ ਵੀ। ਅੱਛਾ ਧਿਆਨ ਨਾਲ ਕਰੀ ਚਲੋ। ਤਾਂ ਆਪਣੇ ਨੂੰ ਨੀਅਰ ਪੁਆਇੰਟ ਕਿੰਨਾ ਦਿੱਤਾ 50 ਸੈਂਟੀਮੀਟਰ, ਤਾਂ ਨੀਅਰ ਪੁਆਇੰਟ ਕਿੰਨਾ ਆ ਗਿਆ 50 ਸੈਂਟੀਮੀਟਰ। ਬਸ ਫਾਰਮੂਲਾ ਚੱਕੋ। ਫਾਰਮੂਲਾ ਕੀ ਹੈ 1 ਪਾਵਰ ਇਜ਼ ਇਕੁਅਲ ਟੂ 1 by f ਇਜ਼ ਇਕੁਅਲ ਟੂ 1 by 25 ਮਾਈਨਸ 1 by ਨੀਅਰ ਪੁਆਇੰਟ। ਤਾਂ 1 by 25 ਮਾਈਨਸ 1 by 50। ਸਾਈਨ ਕਨਵੈਨਸ਼ਨ ਆਪਾਂ ਨੇ ਪਹਿਲਾਂ ਹੀ ਪੁੱਟ ਕਰਤੀ ਸੀ, ਹੁਣ ਨਹੀਂ ਪੁੱਟ ਕਰਨੀ। ਤਾਂ 50 LCM it would be 2 minus 1 that is 1 by 50। ਤਾਂ ਪਾਵਰ ਕਿੰਨੀ ਆ ਗਈ 1 by 50 ਸੈਂਟੀਮੀਟਰ ਚ ਹੈ, ਮੀਟਰ ਚ ਦੇਖਾਂਗੇ 2 ਡਾਇਓਪਟਰ। ਤਾਂ ਉਹਦਾ ਲੈਂਸ ਦਾ ਕਿੰਨਾ ਨੰਬਰ ਕਰੈਕਸ਼ਨ ਵਾਸਤੇ ਚਾਹੀਦਾ, ਪਾਵਰ ਕਿੰਨੀ ਚਾਹੀਦੀ ਉਹਦੀ 2 ਡਾਇਓਪਟਰ। ਤਾਂ ਇਹਦੀ ਫੋਕਲ ਲੈਂਥ ਕਿੰਨੀ ਹੋ ਗਈ 50 ਕਰੈਕਟਡ ਲੈਂਸ ਦੀ, ਤੇ ਪਾਵਰ ਕਿੰਨੀ ਚਾਹੀਦੀ ਆਪਾਂ ਨੂੰ 2 ਡਾਇਓਪਟਰ। ਇਹ D ਹੈ ਕਿਤੇ 0 ਸਮਝ ਲਓ ਇਸਨੂੰ, ਦਿਸ ਇਜ਼ D ਯੂਨਿਟਸ ਆਫ ਪਾਵਰ। ਡਾਇਓਪਟਰ